वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਨਵੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਨਿਰਭਉ ਨਿਰਵੈਰ ਜੀਵਨੀ ਗੁਰੂ ਹਰਿਰਾਏ ਜੀ। ਲੇਖਕ ਸਤਬੀਰ ਸਿੰਘ। ਤੀਜਾ ਐਡੀਸ਼ਨ ਛਾਪਾਉਣ ਤੇ ਇਤਿਹਾਸ ਹਾਲਾਤ ਵਾਕਿਆਤ ਛਪੇ ਅਣਛਪੇ ਅਤੇ ਅੱਜ ਤੇ ਕੱਲ ਵਿਚਕਾਰ ਨਿਰੰਤਰ ਹੋ ਰਹੀ ਗੋਸ਼ਟੀ ਹੈ। ਕੋਈ ਇਤਿਹਾਸ ਕੀ ਲਿਖੇਗਾ ਜੇ ਉਸ ਪਾਸ ਤੱਥ ਹੀ ਨਹੀਂ, ਅਤੇ ਤੱਥ ਕੀ ਕਰ ਸਕਣਗੇ ਜੇ ਉਹਨਾਂ ਪਾਸ ਆਪਣਾ ਇਤਿਹਾਸਕਾਰ ਹੀ ਨਹੀਂ। ਸਾਡੀ ਬਦਕਿਸਮਤੀ ਹੀ ਇਹ ਰਹੀ ਹੈ ਕਿ ਅਸੀਂ ਦੂਜਿਆਂ ਤੇ ਨਿਰਭਰ ਰਹੇ ਅਤੇ ਇਤਨਾ ਰਲਾ ਪੈ ਗਿਆ ਕਿ ਕੱਢਦੇ ਹੀ ਉਮਰਾਂ ਲੱਗ ਜਾਣਗੀਆਂ। ਸੋ ਜੇ ਕੋਈ ਇਹ ਕਹਿੰਦਾ ਹੈ ਕਿ ਆਖਰੀ ਗੱਲ ਕਹਿ ਦਿੱਤੀ ਗਈ ਹੈ ਤਾਂ ਜਪਜੀ ਦੀ ਬੋਲੀ ਵਿੱਚ ਬੋਲ ਵਿਗਾੜ ਹੈ। ਜਦ ਵੀ ਮੇਰੀ ਕਿਸੇ ਰਚਨਾ ਦਾ ਨਵਾਂ ਐਡੀਸ਼ਨ ਛਪਣਾ ਹੁੰਦਾ ਹੈ ਤਾਂ ਮੈਂ ਇੱਕ ਨਜ਼ਰ ਜ਼ਰੂਰ ਪਾਉਂਦਾ ਹਾਂ ਤਾਂ ਕਿ ਉਕਾਈਆਂ ਨਾ ਰਹਿਣ। ਭਾਵੇਂ ਸਰੀਰ ਨੂੰ ਖੇਚਲ ਹੋ ਜਾਣ ਕਾਰਨ ਇਸ ਵਾਰੀ ਮੇਰਾ ਵੀ ਚਿੱਤ ਹੋ ਆਇਆ ਸੀ ਕਿ ਨਿਰਭਉ ਨਿਰਵੈਰ ਨੂੰ ਉਸੇ ਤਰ੍ਹਾਂ ਛਾਪ ਦਿਆਂ, ਪਰ ਮਨ ਨਾ ਮੰਨਿਆ। ਸੋ ਸਿਰੇ ਤੋਂ ਸੋਧ ਕੇ ਤੀਜੀ ਐਡੀਸ਼ਨ ਨੂੰ ਤਾਜ਼ਾ ਕਰਕੇ ਪਾਠਕਾਂ ਹੱਥੀਂ ਦੇ ਰਿਹਾ ਹਾਂ। ਦਾਰਾ ਸ਼ਿਕੋ ਭਾਈ ਸਾਧੂ ਬਾਬਾ ਗੁਰਦਿੱਤਾ ਜੀ ਅਤੇ ਬਖਸ਼ਾਂ ਤੇ ਨਵੀਂ ਰੌਸ਼ਨੀ ਪਾਈ ਹੈ। ਛਾਪੇ ਦੀਆਂ ਗਲਤੀਆਂ ਵੀ ਦੂਰ ਕਰਨ ਦੀ ਪੂਰੀ ਵਾਹ ਲਗਾਈ ਹੈ, ਪਰ ਇਹ ਛਾਪੇ ਦੀ ਚੰਦਰੀ ਭੁੱਲ ਫਿਰ ਵੀ ਮੱਲੋ ਮੱਲੀ ਵਿੱਚ ਆ ਬੈਠ ਜਾਂਦੀ ਹੈ। ਗੁਰੂ ਹਰਿਰਾਏ ਜੀ ਤੇ ਨਿਰੋਲ ਇੱਕੋ ਇੱਕ ਸੰਪੂਰਨ ਜੀਵਨੀ ਹੋਣ ਕਾਰਨ ਮੈਨੂੰ ਜਿੱਥੇ ਮਾਣ ਹੈ ਉੱਥੇ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੈ। ਗੁਰੂ ਹਰਿਰਾਏ ਜੀ ਨੇ ਜਿੰਨਾ ਆਉਣ ਵਾਲੇ ਖਤਰਿਆਂ ਤੋਂ ਪੰਥ ਦੇ ਬੇੜੇ ਨੂੰ ਸੁਚੇਤ ਕੀਤਾ ਸੀ, ਉਸ ਵਿੱਚੋਂ ਸਭ ਤੋਂ ਵੱਡਾ ਸੀ ਆਪ ਹੁਦਰੀ ਹੋਣ ਨਾਲ ਬੇੜਾ ਖੰਡ ਖੰਡ ਹੋ ਜਾਏਗਾ। ਉਸ ਤੋਂ ਬਚਣ ਦਾ ਵੀ ਉਪਾਅ ਉਹਨਾਂ ਹੀ ਦੱਸਿਆ ਕਿ ਜੇ ਜਾਣੇ ਸਤਿਗੁਰ ਏਕ ਅਖੰਡਾ ਤਾਂ ਬੇੜੇ ਦਾ ਕੋਈ ਕੁਝ ਵਿਗਾੜ ਨਹੀਂ ਸਕੇਗਾ। ਗੁਰੂ ਅਮਰਦਾਸ ਜੀ ਨੇ ਬਹੁਤ ਪਹਿਲਾਂ ਸਾਨੂੰ ਚੇਤਾਵਨੀ ਦਿੱਤੀ ਸੀ ਕਿ ਹਾਕਮ ਤੇ ਪਰਜਾ ਦੋਵਾਂ ਵਿੱਚ ਮਾੜੀ ਸੋਚਣੀ ਕਾਰਨ ਬੜੀ ਦੁਵਿਧਾ ਪੈ ਜਾਂਦੀ ਹੈ, ਅਤੇ ਜੇ ਗੁਰੂ ਦੇ ਬਚਨਾਂ ਤੇ ਦਿਲੋਂ ਜਾਨ ਨਾਲ ਪਹਿਰਾ ਦਈਏ ਤਾਂ ਏਕਾ ਕਾਇਮ ਰਹਿੰਦਾ ਹੈ ਅਤੇ ਨਾ ਕੋਈ ਤੋੜ ਸਕਦਾ ਹੈ। ਰਈਅਤ ਰਾਜੇ ਦੁਰਮਤ ਦੋਈ ਬਿਨ ਸਤਿਗੁਰ ਸੇਵੇ ਏਕ ਨਾ ਹੋਈ ਮੇਰਾਂ ਦਾ ਸਾਈ ਮਿਹਰ ਕਰੇ। ਸਤਬੀਰ ਸਿੰਘ। ਬਾਰ-ਬਾਰ ਬੰਦਨਾ। ਗੁਰੂ ਹਰਿਰਾਏ ਜੀ ਦੀ ਜੀਵਨੀ ਨਿਰਭਉ ਨਿਰਵੈਰ ਨੂੰ ਹਰ ਪਾਸਿਓਂ ਇਤਨਾ ਪਿਆਰ ਸਤਿਕਾਰ ਆਦਰ ਮਾਣ ਮਿਲਿਆ ਕਿ ਮੈਂ ਸਭ ਦਾ ਰਿਣੀ ਹੋ ਧੰਨਵਾਦ ਕਰਨਾ ਹੈ। ਇਹ ਮੈਨੂੰ ਦੱਸ ਕੇ ਪ੍ਰਸੰਨਤਾ ਹੋ ਰਹੀ ਹੈ ਕਿ ਭਾਸ਼ਾ ਵਿਭਾਗ ਪੰਜਾਬ ਨੇ ਇਸ ਨੂੰ ਸੰਨ 1991 ਦੀ ਜੀਵਨੀ ਦੀ ਸਰਵ ਉੱਤਮ ਪੁਸਤਕ ਕਹਿ ਕੇ ਇਨਾਮ ਦਿੱਤਾ ਹੈ, ਅਤੇ ਸਰਦਾਰ ਕਰਤਾਰ ਸਿੰਘ ਜੀ ਦੁੱਗਲ ਨੇ ਫਰਾਮ ਮਾਈ ਬੁੱਕ ਸੈਲਫ ਦੇ ਕਲਮ ਹੇਠ ਉਚੇਚਾ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਮੱਗਰੀ ਦੀ ਘਾਟ ਹੋਣ ਦੇ ਬਾਵਜੂਦ ਗੁਰੂ ਹਰਿਰਾਏ ਜੀ ਦੀ ਪੂਰੀ ਜੀਵਨੀ ਲਿਖਣੀ ਇੱਕ ਕਾਰਨਾਮੇ ਤੋਂ ਘੱਟ ਨਹੀਂ। ਜਦ ਇਹ ਪੁਸਤਕ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਸ਼੍ਰੀ ਅੰਮ੍ਰਿਤਸਰ ਵਿਖੇ ਰਿਲੀਜ਼ ਕੀਤੀ ਤਾਂ ਉਹਨਾਂ ਵੀ ਕਿਹਾ ਕਿ ਗੁਰੂ ਹਰਿਰਾਏ ਜੀ ਬਾਰੇ ਇਤਨਾ ਕੁਝ ਪਹਿਲੀ ਵਾਰੀ ਹੀ ਦੇਖਣ ਨੂੰ ਆਇਆ ਹੈ। ਅੱਜ ਨਿਰਭਉ ਨਿਰਵੈਰ ਦਾ ਦੂਜਾ ਐਡੀਸ਼ਨ ਛਪਣ ਤੇ ਮੈਂ ਕੇਵਲ ਬਾਰ-ਬਾਰ ਬੰਦਨਾ ਲਿਖ ਕੇ ਸ਼ੁਕਰ ਦੁਹਰਾਉਣਾ ਹੈ। ਇਹ ਸਭ ਵਡਿਆਈਆਂ ਕਰਤਾ ਪੁਰਖ ਦੀਆਂ ਹਨ ਜੋ ਸਾਨੂੰ ਨਿਮਾਣਿਆਂ ਨੂੰ ਮਾਣ ਆਪਣੀ ਬਿਰਧ ਬਾਣੀ ਦੀ ਲਾਜ ਰੱਖਣ ਲਈ ਦੇ ਰਿਹਾ ਹੈ। ਸਪਤਮ ਮਹਿਲ ਅਗਮ ਹਰਿਰਾਇਆ ਮੇਰੇ ਸ਼ਾਹ। ਗੁਰੂ ਹਰਿਰਾਏ ਜੀ ਦੀ ਬਖਸ਼ਿਸ਼ ਦਾ ਜਿਤਨਾ ਵੀ ਧੰਨਵਾਦ ਕਰਾਂ ਥੋੜਾ ਹੈ, ਜਿਨ੍ਹਾਂ ਆਪਣੇ ਅਮੁੱਕ ਖਜ਼ਾਨੇ ਵਿੱਚੋਂ ਸਿਫਤ ਸਲਾਹ ਦੀ ਪੂੰਜੀ ਦਿੱਤੀ ਅਤੇ ਜੀਵਨੀ ਵੀ ਮੁਕੰਮਲ ਹੋਈ। ਹਰ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ਹਰ ਪੂੰਜੀ ਚਾਹੀ ਨਾਮ ਬਿਸਾਹੀ ਗੁਣ ਗਾਵੇ ਗੁਣ ਭਾਵੇ। ਪੁਸਤਕ ਕੁਦਰਤੀ ਨੂਰ ਜੀਵਨੀ ਗੁਰੂ ਅੰਗਦ ਦੇਵ ਜੀ ਦੇ ਮੁੱਖ ਸ਼ਬਦ ਵਿੱਚ ਮੈਂ ਆਸ ਕਰਦਿਆਂ ਇਹ ਅਰਦਾਸ ਕੀਤੀ ਸੀ ਕਿ ਗੁਰੂ ਹਰਿਰਾਏ ਜੀ ਦੀ ਜੀਵਨੀ ਵੀ ਇਸੇ ਸਾਲ ਮਈ ਵਿੱਚ ਛਪ ਕੇ ਪਾਠਕਾਂ ਦੇ ਹੱਥ ਆ ਜਾਏਗੀ। ਗੁਰੂ ਪਾਤਸ਼ਾਹ ਨੇ ਆਸ ਪੁਗਾਈ ਹੈ। ਇਹ ਗੁਰੂ ਸਾਹਿਬਾਨ ਦੀਆਂ ਪਾਵਨ ਜੀਵਨੀਆਂ ਦੀ 9ਵੀਂ ਜਿਲਦ ਹੈ ਅਤੇ 10ਵੀਂ ਪੂਰੀ ਹੋਈ ਕਰਾਮਾਤ ਜੀਵਨੀ ਗੁਰੂ ਰਾਮਦਾਸ ਜੀ ਭਾਵੇਂ ਲਿਖ ਲਈ ਗਈ ਹੈ ਅਤੇ ਛਪ ਵੀ ਅਗਸਤ ਤੱਕ ਜਾਏਗੀ, ਪਰ ਰੀਝ ਇਹੀ ਹੈ ਕਿ 10 ਹੀ ਪੁਸਤਕਾਂ ਸੋਨੇ ਦੀਆਂ ਜਿਲਦਾਂ ਵਿੱਚ ਮੜੀਆਂ ਹੋਈਆਂ ਸ਼੍ਰੀ ਦਰਬਾਰ ਸਾਹਿਬ ਦੀ
ਦਹਲੀਜ਼ ਤੇ ਸਰਦਾਰ ਇੰਦਰਜੀਤ ਸਿੰਘ ਜੀ ਆਪਣੇ ਹੱਥੀਂ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਵਸ ਤੋਂ ਅਗਲੇ ਦਿਹਾੜੇ ਸੰਗਤਾਂ ਸਨੇਹੀਆਂ ਸਹਿਯੋਗੀਆਂ ਦੀ ਅਸੀਸ ਨਾਲ ਰਲਾਸ਼ ਰੱਖਣ। ਇੱਛਾ ਪੂਰਕ ਸਰਬ ਸੁਖਦਾਤਾ ਉਹ ਦਿਨ ਸੁੱਖਾਂ ਦਾ ਲਿਆਏ। ਗੁਰੂ ਹਰ ਰਾਏ ਜੀ ਦੀਆਂ ਰਹਿਮਤਾਂ ਕਿਤਨੀਆਂ ਸਾਡੇ ਤੇ ਹੋਈਆਂ ਉਸ ਦਾ ਅੰਦਾਜ਼ਾ ਸਹਿਜੇ ਹੀ ਜੀਵਨੀ ਪੜ੍ਹ ਕੇ ਲੱਗ ਜਾਏਗਾ। ਬਹੁਤੇ ਲਿਖਾਰੀ ਤਾਂ ਇਹ ਹੀ ਲਿਖ ਕੇ ਗੱਲ ਮੁਕਾ ਦਿੰਦੇ ਹਨ ਕਿ ਜੀਵਨੀ ਸੰਬੰਧੀ ਮਸਾਲਾ ਹੀ ਨਹੀਂ ਮਿਲਦਾ ਅਤੇ ਜੋ ਵੀ ਮਿਲਦਾ ਹੈ ਤਾਂ ਆਈ ਗਈ ਵਾਲੀ ਗੱਲ ਲੱਗਦੀ ਹੈ। ਪਰ ਰਤਾ ਕੁ ਖੋਜੀਏ ਤਾਂ ਇਹ ਪ੍ਰਗਟ ਹੋਵੇਗਾ ਕਿ ਜਿਸ ਮਰਿਆਦਾ ਤੇ ਪੰਥ ਦ੍ਰਿੜ ਖੜਾ ਹੈ ਇਸ ਨੂੰ ਉਸਾਰਨ ਵਿੱਚ ਗੁਰੂ ਹਰ ਰਾਏ ਜੀ ਦਾ ਬਹੁਤ ਵੱਡਾ ਹੱਥ ਹੈ। ਲੰਗਰ ਵਰਤਾਉਣ ਵੇਲੇ ਨਗਰਾਂ ਖੜਾ ਹੋ ਕੇ ਅਰਦਾਸ ਕਰਨਾ, ਗੁਰਬਾਣੀ ਦਾ ਅਦਬ, ਦੋਖੀਆਂ ਨੂੰ ਮੂੰਹ ਨਾ ਲਗਾਉਣਾ, ਹੰਕਾਰੀਆਂ ਦਾ ਹੰਕਾਰ ਭੰਨਣਾ, ਭਾਵੇਂ ਉਹ ਰਾਜੇ ਹਨ ਜਾਂ ਹੁਕਮਰਾਨ, ਜੋ ਜੀ ਆਵੇ ਸੋ ਰਾਜੀ ਜਾਵੇ ਦੇ ਪ੍ਰਤੱਖ ਦਰਸ਼ਨ, ਪ੍ਰਚਾਰ ਲਈ ਉਚੇਚੀਆਂ ਬਖਸ਼ਿਸ਼ਾਂ ਦੀ ਸਥਾਪਨਾ, ਪੰਥਕ ਬੇੜੇ ਨੂੰ ਆਉਣ ਵਾਲੇ ਖਤਰਿਆਂ ਤੋਂ ਅਗਾਹ ਕਰਨਾ, ਦਿੱਲੀ ਨਾਲ ਪੰਥ ਦੇ ਸੰਬੰਧੀ ਪੂਰਨੇ ਪਾਉਣੇ, ਖੁਸ਼ਾਮਦੀਆਂ ਨੂੰ ਦਰਕਾਰ ਭਾਵੇਂ ਉਹ ਪੁੱਤਰ ਹੀ ਹੋਵੇ, ਸਿੱਖ ਘਰ ਕੈਸੇ ਹੋਣ, ਨਿਤਾਣਿਆਂ ਨੂੰ ਤਾਣ ਅਤੇ ਅਨੇਕਾਂ ਹੀ ਹੋਰ ਕੌਤਕ ਹਨ ਜਿਨ੍ਹਾਂ ਦਾ ਵਰਣਨ ਅਸੀਂ ਕਦੇ ਨਹੀਂ ਕੀਤਾ। ਮਹਾਰਾਜ ਦਾ ਇੱਕ ਹੀ ਬਚਨ ਦੇਖੋ ਸਾਨੂੰ ਕਿਤਨੀ ਅਗਵਾਈ ਬਖਸ਼ਦਾ ਹੈ। ਸਭ ਕਹਿਣ ਲੱਗੇ ਕਿ ਦਿੱਲੀ ਨਾਲ ਬਣਾ ਕੇ ਹੀ ਚੱਲਣਾ ਚਾਹੀਦਾ ਹੈ ਤਾਂ ਸਪਤਨ ਮਹਿਲ ਗੁਰੂ ਹਰ ਰਾਏ ਜੀ ਨੇ ਕਿਹਾ, ਜੋ ਤੁਸੀਂ ਆਖ ਰਹੇ ਹੋ ਇਹ ਸਿਆਸਤ ਹੈ ਅਤੇ ਮੈਂ ਧਰਮ ਬਣਾ ਰੱਖਿਆ ਹੈ ਕਿ ਐਸੇ ਧਰੋਹੀ ਨੂੰ ਨਹੀਂ ਮਿਲਣਾ ਜੋ ਭਰਾਵਾਂ ਦਾ ਕਤਲ, ਸੰਤ ਪੁਰਖਾਂ ਨੂੰ ਤਸੀਹੇ ਅਤੇ ਬਾਪ ਦੀ ਛਾਤੀ ਤੇ ਪੈਰ ਰੱਖ ਕੇ ਤਖਤ ਤੇ ਬੈਠਾ ਹੈ। ਫਿਰ ਦੇਣੇ ਨਹੀਂ ਦਾਮ, ਲੈਣੇ ਕੀ ਨਹੀਂ ਖਾਹਿਸ਼। ਗੁਰੂ ਪਾਤਸ਼ਾਹੀਆਂ ਦੀਆਂ ਜੀਵਨੀਆਂ ਮੁਕੰਮਲ ਹੋਣ ਤੇ ਮੇਰੀ ਇਹ ਇੱਛਾ ਵੀ ਉਪਜੀ ਹੈ ਕਿ ਇੱਕ ਵੱਖਰੀ ਪੁਸਤਕ ਅਦੁੱਤੀ ਬਾਤਾਂ ਮੰਨੋ ਭਾਵੇਂ ਨਾਂ ਦੇ ਸਿਰਲੇਖ ਹੇਠਾਂ ਲਿਖ ਦਿਆਂ ਤਾਂ ਕਿ ਕੌਮ ਵਿੱਚ ਗੌਰਵ ਪੈਦਾ ਹੋਵੇ। ਮੈਨੂੰ ਅੱਜ ਇਹ ਲਿਖ ਕੇ ਖੁਸ਼ੀ ਹੋ ਰਹੀ ਹੈ ਕਿ ਇਤਿਹਾਸ ਸਭਨਾ ਭਗਤਾਂ ਦਾ ਵੀ 3 ਜਲਦਾਂ ਵਿੱਚ ਮੁਕੰਮਲ ਕੀਤਾ ਹੈ ਤਾਂ ਕਿ ਉਹਨਾਂ ਸੂਰਮੇ ਭਗਤਾਂ ਦੀ ਵਡਿਆਈ ਵੀ ਓਹਲੇ ਨਾ ਰਹੇ। ਪਹਿਲੀ ਜਲਦ ਵਿੱਚ ਕਬੀਰ, ਤਰਲੋਚਨ, ਸਦਨਾ, ਸੈਣ ਅਤੇ ਬਾਬਾ ਫਰੀਦ ਜੀ ਰੱਖੇ ਹਨ। ਨਿਰਭਉ ਨਿਰਵੈਰ ਮੈਂ ਆਪਣੇ ਮਿੱਤਰ ਵੀਰ ਆਗੂ ਸਰਦਾਰ ਗੁਰਬਚਨ ਸਿੰਘ ਜੀ ਟੌੜਾ ਨੂੰ ਭੇਂਟ ਕਰ ਰਿਹਾ ਹਾਂ। ਪਿਛਲੇ 21 ਸਾਲਾਂ ਤੋਂ ਨੇੜੇ ਦੇ ਸਬੰਧ ਅਤੇ 7 ਸਾਲਾਂ ਤੋਂ ਡੂੰਘਾ ਸਨੇਹ ਹੋਣ ਦਾ ਮਾਣ ਮੈਨੂੰ ਮਿਲ ਰਿਹਾ ਹੈ। ਜਿਤਨਾ ਪਿਆਰ ਉਹ ਦਿੰਦੇ ਹਨ ਅਤੇ ਜਿਤਨਾ ਵਿਸ਼ਵਾਸ ਦ੍ਰਿੜਾਉਂਦੇ ਹਨ ਉਸ ਦਾ ਕੇਵਲ ਪ੍ਰਗਟਾਵਾ ਹੀ ਹੈ। ਇਹ ਪੁਸਤਕ ਉਹਨਾਂ ਦੇ ਨਾਮ ਉਹਨਾਂ ਨੂੰ ਇੱਕੋ ਹੀ ਲਗਨ ਲਈ ਟੁਰੀ ਜਾਂਦੀ ਹੈ ਕਿ ਕੌਮ ਦਾ ਹਰ ਅੰਗ ਨਰੋਆ ਹੋਵੇ, ਉਜਾਗਰ ਹੋਵੇ ਅਤੇ ਕੌਮ ਗਵਾਚਿਆਂ ਮਾਣ ਪ੍ਰਾਪਤ ਕਰੇ। ਜੋ ਤੁਕ ਭਾਈ ਅੱਡਾ ਜੀ ਨੇ ਕਲਗੀਧਰ ਨੂੰ ਸੰਬੋਧਨ ਕਰਕੇ ਕਹੀ ਸੀ ਉਹ ਹੀ ਟੌੜਾ ਸਾਹਿਬ ਦੇ ਮੂੰਹ ਤੇ ਹੈ। ਤੁਕ ਸੀ, ਤੇਰੇ ਚੁੱਖ ਚਰਨਾਂ ਦੀ ਮਿੱਟੀ ਸਾਡੇ ਸਿਰ ਦਾ ਤਾਜ ਹੈ। ਵਿਸ਼ਵਾਸ ਇਹੀ ਹੀ ਰੱਖਿਆ ਹੋਇਆ ਹੈ। ਮਣੀ ਸਿੰਘਾ ਕਾਣ ਨਾ ਕਾਹੂੰ ਦੀ, ਜਿਸ ਦੇ ਸਿਰ ਤੇ ਕਲਗੀਆਂ ਵਾਲਾ। ਵਾਹਿਗੁਰੂ ਕਰੇ ਇਹ ਦ੍ਰਿੜਤਾ ਕਾਇਮ ਰਹੇ। ਸਰਦਾਰ ਅਮੋਲਕ ਸਿੰਘ ਜੀ ਨੇ ਰੰਗਾਂ ਦੀ ਖੇਡ ਵਰਤਾ ਨਿਰਭਉ ਨਿਰਵੈਰ ਦੇ ਖਿਆਲ ਨੂੰ ਟਾਈਟਲ ਅਤੇ ਮੂਰਤੀਮਾਨ ਕੀਤਾ ਹੈ ਅਤੇ ਵੀਰ ਸਰਦਾਰ ਸਵਰਨਜੀਤ ਸਿੰਘ ਅਤੇ ਸਰਦਾਰ ਤੇਜਵੀਰ ਸਿੰਘ ਨੇ ਆਪਣੀ ਨਿਗਰਾਨੀ ਹੇਠ ਛਾਪ ਦੱਖ ਉਘਾੜ ਦਿੱਤੀ ਹੈ। ਸਰਦਾਰ ਮਹਿਤਾਬ ਸਿੰਘ ਜੀ ਜਿਸ ਚਾਅ ਨਾਲ ਪੁਸਤਕਾਂ ਛਾਪ ਰਹੇ ਹਨ ਉਸ ਨੂੰ ਦਰਸਾਉਣ ਦੀ ਲੋੜ ਨਹੀਂ, ਪ੍ਰਤੱਖ ਹੀ ਹੈ। ਸਰਦਾਰ ਚਰਨਜੀਤ ਸਿੰਘ ਨੇ ਖਰੜੇ ਨੂੰ ਬੜੀ ਸਫਾਈ ਨਾਲ ਟਾਈਪ ਕਰਕੇ ਛਾਪੇ ਦੇ ਕੰਮ ਨੂੰ ਸਹਿਲ ਬਣਾਇਆ ਹੈ। ਮੈਂ ਰਿਣੀ ਹਾਂ। ਸਿਵ ਅੱਗੇ ਸਖਤੀ ਹਾਰਿਆ ਐਵੇਂ ਹਰ ਪਾਇਆ ਵੱਲੋਂ ਸਤਬੀਰ ਸਿੰਘ। ਭਾਗ ਪਹਿਲਾ। ਧੰਨ ਪਿਤਾ ਪ੍ਰਧਾਨ ਬਾਬਾ ਗੁਰਦਿੱਤਾ ਜੀ। ਡਰੋਲੀ ਲੁਧਿਆਣੇ ਤੋਂ ਫਿਰੋਜ਼ਪੁਰ ਵੱਲ ਰੇਲ ਦੀ ਪਟੜੀ ਤੇ ਜਾਂਦਿਆਂ ਮੋਗੇ ਤੋਂ ਘਲ ਕਲਾਂ ਪਿੱਛੋਂ ਇੱਕ ਸਟੇਸ਼ਨ ਡਗਰੂ ਆਉਂਦਾ ਹੈ ਜਿਸ ਨੂੰ ਹਰਗੋਬਿੰਦ ਜੀ ਨੇ ਆਪਣੇ ਚਰਨਾਂ ਨਾਲ ਕਈ ਵਾਰੀ ਪਾਵਨ ਕੀਤਾ ਸੀ। ਉਸੇ ਡਗਰੂ ਦੇ ਦੱਖਣ ਪੱਛਮ ਵੱਲ 1.5 ਕੁ ਮੀਲ ਦੂਰੀ ਤੇ ਡਰੋਲੀ ਦਾ ਪ੍ਰਸਿੱਧ ਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਜੀ ਦੇ ਸਾਧੂ ਪਰ ਅਨੰਨ ਸੇਵਕ ਭਾਈ ਸਾਈਂ ਦਾਸ ਜੀ ਰਹਿੰਦੇ ਸਨ। ਇਤਨਾ ਪਿਆਰ ਸੀ ਉਹਨਾਂ ਦਾ ਸ਼ਟਮ ਪੀਰ ਨਾਲ ਕਿ ਜਦ ਉਹਨਾਂ ਆਪਣਾ ਨਵਾਂ ਮਕਾਨ ਬਣਾਇਆ ਤਾਂ ਉਸ ਸਮੇਂ ਤੱਕ ਪ੍ਰਵੇਸ਼ ਨਾ ਕੀਤਾ ਜਦ ਤੱਕ ਗੁਰੂ ਜੀ ਨੇ ਆ ਕੇ ਚਰਨ ਨਾ ਪਾਏ। ਵਿਸ਼ਵਾਸ ਵੀ ਹੱਦੋਂ ਵੱਧ ਸੀ ਕਿਉਂਕਿ ਇਹ ਸਭ ਤੇ ਪ੍ਰਗਟ ਸੀ ਕਿ ਗੁਰੂ ਹਰਗੋਬਿੰਦ ਜੀ ਗਵਾਲੀਅਰ ਬੰਦੀ
ਪਾ ਦਿੱਤੇ ਗਏ ਹਨ ਅਤੇ ਪ੍ਰਭੂ ਜਾਣੇ ਕਦੋਂ ਮੁਕਤ ਹੁੰਦੇ ਹਨ। ਗੁਰੂ ਅਰਜਨ ਦੇਵ ਜੀ ਜਿਸ ਤਰ੍ਹਾਂ ਲਾਹੌਰ ਸ਼ਹਾਦਤ ਦੇਣ ਜਾਂਦੇ ਬੇਟੇ ਗੁਰੂ ਹਰਗੋਬਿੰਦ ਜੀ ਨੂੰ ਹੁਕਮ ਕਰ ਗਏ ਸਨ ਕਿ ਦੁਆਬੇ ਵਿੱਚ ਕਰਨਾ ਟਿਕਾਣਾ, ਤਿਵੇਂ ਹੀ ਗੁਰੂ ਹਰਗੋਬਿੰਦ ਜੀ ਨੇ ਕੀਤਾ ਅਤੇ ਆਪਣੇ ਕਬੀਲੇ ਅਤੇ ਮਾਤਾ ਦਮੋਦਰੀ ਸਮੇਤ ਡਰੋਲੀ ਨੂੰ ਟਿਕਾਣਾ ਬਣਾਇਆ। ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਸੁਣਦੇ ਸਾਰ ਗੁਰੂ ਹਰਗੋਬਿੰਦ ਜੀ ਸਿੱਧੇ ਲਾਹੌਰ ਗਏ ਸਨ। ਮਹਿਮਾ ਪ੍ਰਕਾਸ਼ ਵਾਰਤਕ ਦੀ ਗਵਾਹੀ ਹੈ ਕਿ ਸਤਿਗੁਰ ਹਰਗੋਬਿੰਦ ਗੁਰੂ ਅਰਜਨ ਦੇਵ ਜੀ ਦੀ ਜੋਤੀ ਜੋਤ ਸਮਾਣੇ ਕਾ ਖਬਰ ਸੁਣੇ ਕਰ ਲਾਹੌਰ ਆਏ। ਜਹਾਂਗੀਰ ਨੂੰ ਕਿਹਾ, ਦਿੱਲੀ ਪਤ ਹੋਏ ਕਿ ਅਨਿਆਉ ਕੀਤਾ ਈ ਅਤੇ ਲਾਹੌਰੋਂ ਅੰਮ੍ਰਿਤਸਰ ਆ ਕੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰ ਕੇ ਕੌਮ ਨੂੰ ਜਵਾਨੀਆਂ ਭੇਟ ਕਰਨ ਦਾ ਹੁਕਮਨਾਮਾ ਜਾਰੀ ਕੀਤਾ। ਇਹ ਵੀ ਫਰਮਾਇਆ ਸੀ, ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸਤਰ ਅਤੇ ਚੰਗੀ ਜਵਾਨੀ ਹੈ। ਮੇਰੀ ਖੁਸ਼ੀ ਲੈਣੀ ਹੈ ਤਾਂ ਕਸਰਤਾਂ ਕਰੋ, ਘੋਲ ਕਰੋ, ਗੱਤਕੇ ਖੇਡੋ, ਸ਼ਿਕਾਰ ਖੇਡਣ ਲਈ ਜੰਗਲਾਂ ਵਿੱਚ ਜਾਓ। ਕਮਜ਼ੋਰੀ ਇੱਕ ਕੌਮੀ ਗੁਨਾਹ ਹੈ। ਤੁਸੀਂ ਇਸ ਲਈ ਤਲਵਾਰ ਪਕੜਨੀ ਹੈ ਅਤੇ ਮੈਂ ਇਸ ਲਈ ਪਹਿਨੀ ਹੈ ਕਿ ਜ਼ੁਲਮ ਦੀ ਤਲਵਾਰ ਅੱਗੇ ਤੋਂ ਚਲਾਣੀ ਬੰਦ ਕਰ ਦੇਣ। ਢਾਡੀਆਂ ਅਬਦੁੱਲਾ ਅਤੇ ਨਾਥ ਮੱਲ ਨੇ ਚੜ੍ਹਦੀ ਕਲਾ ਦੀਆਂ ਵਾਰਾਂ ਗਾਈਆਂ ਸਨ, ਜਿਹੜੇ ਕਹਿੰਦੇ ਸਨ ਕੀ ਬਣੇਗਾ ਉਹ ਹੀ ਲੱਕ ਬੰਨ ਉੱਠ ਤੁਰੇ। ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨ ਦੀ ਨਿੰਦਣੀ ਦਸ਼ਾ ਦਾ ਜ਼ਿਕਰ ਕਰਦੇ ਕਿਹਾ ਸੀ, ਹਿੰਦੁਸਤਾਨ ਦੀਆਂ ਹੱਡੀਆਂ ਵਿੱਚ ਡਰ ਹੈ ਅਤੇ ਤਰਸ ਖਾਣ ਵਾਲਾ ਸੁਭਾਅ ਨਹੀਂ। ਹੁਣ ਡਰ ਨੱਸਣ ਲੱਗੇ ਤੇ ਹਰ ਇੱਕ ਦੂਜੇ ਲਈ ਤਰਸ ਖਾ ਉੱਠਿਆ। ਨਿਮਾਣੀਆਂ ਗਾਵਾਂ ਹੀ ਸ਼ਕਤਾਸ਼ੀ ਬਣ ਯਾਰ ਦੀ ਗਲੀ ਸਿਰ ਧਰ ਤਲੀ ਆਉਣ ਲੱਗੀਆਂ। ਇੱਕੋ ਪਿੰਡ ਸੁਰ ਸਿੰਘ ਵਿੱਚੋਂ 52 ਨੌਜਵਾਨ ਨਿੱਤਰ ਆਏ। ਇਤਨੀ ਭੀੜ ਲੱਗ ਗਈ ਜਵਾਨੀਆਂ ਭੇਟ ਕਰਨ ਵਾਲਿਆਂ ਦੀ ਕਿ ਉਹਨਾਂ ਦੇ ਅੰਨ ਪਾਣੀ ਦਾ ਇੰਤਜ਼ਾਮ ਕਰਨਾ ਵੀ ਮੁਸ਼ਕਿਲ ਹੋਣ ਲੱਗਾ। ਪਰ ਮਰਜੀਵੜਿਆਂ ਨੇ ਹੱਥ ਜੋੜ ਕਿਹਾ, ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਿਵਾਏ 2 ਵਕਤ ਪ੍ਰਸ਼ਾਦੇ ਦੇ ਅਤੇ 6 ਮਹੀਨਿਆਂ ਬਾਅਦ ਇੱਕ ਕਮੀਜ਼ ਦੇ। ਦੀਨ ਹੇਤ ਸਿਰ ਦਿਆਂਗੇ, ਇਹ ਹੀ ਸਾਡੀ ਇੱਛਾ ਹੈ। ਅੰਮ੍ਰਿਤਸਰ ਪਨਾਹ ਬਣ ਗਈ ਸੂਰਮਿਆਂ ਦੀ। 1-1 ਹਜ਼ਾਰ ਦਾ ਜਥਾ ਬਣਾ ਕੇ 4 ਜਥੇਦਾਰ ਭਾਈ ਬਿਧੀ ਚੰਦ, ਭਾਈ ਪੈੜਾ, ਭਾਈ ਪਿਰਾਣਾ ਅਤੇ ਭਾਈ ਜੇਠਾ ਨਿਯਤ ਕਰ ਦਿੱਤੇ ਗਏ। ਸਹਿਸ ਤਾਬਿਆ ਇਨ ਦੀਏ ਚਾਰੋਂ ਸਿੱਖ ਸੈਨ ਪਤਕੀਏ। ਅਕਾਲ ਤਖਤ ਵੀ ਰਚ ਦਿੱਤਾ। ਇਹ ਤਖਤ ਰਚਨ ਵੇਲੇ ਵੱਡੀ ਸੰਭਾਲ ਇਹ ਰੱਖੀ ਕਿ ਕਿਸੇ ਰਾਜ ਮਜ਼ਦੂਰ ਜਾਂ ਮਿਸਤਰੀ ਦਾ ਹੱਥ ਨਾ ਲੱਗੇ। ਵਰਣਨ ਵੀ ਹੈ, ਪ੍ਰਥਮ ਨੀਂਵ ਸ਼੍ਰੀ ਗੁਰੂ ਰੱਖੀ, ਅਬਚਲ ਤਖਤ ਸੁਹਾਏ। किसी राज नहीं हाथ लगायो, बुढ़े और गुरदास बनायो। अपने हथी ही उसारी कीती ਅਤੇ ਪਹਿਲੀ ਵਾਰ ਜਦ 6ਵੇਂ ਪਾਤਸ਼ਾਹ ਤਖਤ ਤੇ ਬਿਰਾਜੇ ਤਾਂ ਕੇਸਰੀ ਬਾਣਾ ਧਾਰਿਆ ਅਤੇ ਦਸਤਾਰ ਤੇ ਕਲਗੀ ਵੀ ਲਗਾਈ, ਜੋ ਤਿਆਗ ਅਤੇ ਕੁਰਬਾਨੀ ਨਾਲ ਚੜ੍ਹਦੀ ਕਲਾ ਦਾ ਲਖਾਇਕ ਸੀ। ਇਹ ਹੁਕਮ ਵੀ ਕਰ ਦਿੱਤਾ ਕਿ ਸੌਦਰ ਦੀ ਚੌਂਕੀ ਪਿੱਛੋਂ ਵਾਰਾਂ ਗਾਈਆਂ ਜਾਣ, ਧੁਨੀਆਂ ਆਪ ਲਿਖੀਆਂ। ਅਕਾਲ ਤਖਤ ਦੇ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਨੂੰ ਥਾਪਿਆ। ਜਿਸ ਵੇਲੇ ਗੁਰੂ ਜੀ ਤਖਤ ਤੇ ਬੈਠਦੇ ਆਪਣੇ ਸੱਜੇ ਹੱਥ ਭਾਈ ਜੀ ਨੂੰ ਬਿਠਾਲਦੇ ਅਤੇ ਇਹ ਵਚਨ ਵੀ ਕੀਤੇ, ਭਾਈ ਸਮ ਨਹੀਂ ਸਿੱਖ ਔਰ ਮਮ ਭਾਇਓ। ਹਰਮੰਦਰ ਸਾਹਿਬ ਦੀ ਮਰਿਆਦਾ ਬਾਬਾ ਬੁੱਢਾ ਜੀ ਪਾਸ ਅਤੇ ਤਖਤ ਦੀ ਜ਼ਿੰਮੇਵਾਰੀ ਭਾਈ ਗੁਰਦਾਸ ਜੀ ਨੂੰ ਦਿੱਤੀ। 1608 ਵਿੱਚ ਗੁਰੂ ਜੀ ਨੇ ਤਖਤ ਸਾਜਿਆ ਅਤੇ 1610 ਵਿੱਚ ਗੁਰੂ ਹਰਗੋਬਿੰਦ ਜੀ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਭੇਜ ਦਿੱਤਾ ਗਿਆ, ਕਿਸੇ ਤਪੱਸਿਆ ਲਈ ਜਾਂ ਵਰ ਲੈਣ ਲਈ ਨਹੀਂ। ਗੁਰੂ ਜੀ ਦੀ ਵੱਧਦੀ ਸ਼ਾਨ, ਸ਼ਕਤੀ ਅਤੇ ਸ਼ੌਕਤ ਨੂੰ ਜਹਾਂਗੀਰ ਜਰ ਨਾ ਸਕਿਆ। ਜਹਾਂਗੀਰ ਨੂੰ ਇਹ ਵੀ ਖਬਰ ਪਹੁੰਚ ਰਹੀ ਸੀ ਕਿ ਜੇ ਗੁਰੂ ਹਰਗੋਬਿੰਦ ਜੀ ਬਾਹਰ ਰਹਿਣਗੇ ਤਾਂ ਹਮਾਰੀ ਪਾਤਸ਼ਾਹੀ ਖਲਲ ਕਰਨਗੇ। ਫਿਰ ਬੰਦਾ ਹੋਏ ਕਿ ਸੱਚਾ ਪਾਤਸ਼ਾਹ ਅਖਵਾਉਂਦਾ ਹੈ। ਖੂਫੀਆਂ ਨੇ ਇਹ ਸੂਹ ਵੀ ਕੱਲੀ ਕਿ ਮਾਝੇ ਵਿੱਚ ਕੋਈ ਟੈਕਸ ਵੀ ਨਹੀਂ ਦੇ ਰਿਹਾ ਅਤੇ ਅਕਾਲ ਤਖਤ ਇੱਕ ਨੇਜਾ ਉੱਚਾ ਉਸਾਰਿਆ ਹੈ, ਜਿੱਥੇ ਲੈਣ ਦੇਣ ਅਤੇ ਨਿੱਤ ਮੁਆਮਲਿਆਂ ਦੇ ਫੈਸਲੇ ਗੁਰੂ ਜੀ ਖਿੰਨ ਭਰ ਵਿੱਚ ਕਰ ਦਿੰਦੇ ਹਨ। ਇਹ ਯਾਦ ਰਹੇ ਕਿ ਜਦ ਜਹਾਂਗੀਰ ਗੋਇੰਦਵਾਲ ਪੁੱਜਾ ਸੀ ਤਾਂ ਗੋਇੰਦਵਾਲ ਦੀ ਉੱਚੀ ਮਮਟੀ ਦੇਖ ਕੇ ਹੀ ਗਿਰਾਉਣ ਦਾ ਹੁਕਮ ਦਿੱਤਾ ਸੀ। ਸਿੱਖਾਂ ਦੀ ਸ਼ਰਧਾ ਦੀਆਂ ਵਾਰਤਾਵਾਂ ਉਹ ਸੁਣ ਕਰਿੱਝ ਰਿਹਾ ਸੀ। ਹੁਕਮ ਜ਼ਰੂਰ ਜਹਾਂਗੀਰ ਨੇ 12 ਸਾਲ ਬੰਦੀ ਪਾਉਣ ਦਾ ਕੀਤਾ ਸੀ, ਪਰ ਗੁਰੂ ਜੀ ਛੇਤੀ ਰਿਹਾ ਕਰ ਦਿੱਤੇ ਗਏ। ਨਿਰੇ ਆਪ ਹੀ ਰਿਹਾ ਨਾ ਹੋਏ, ਸਗੋਂ 52 ਹੋਰ ਦੁਖੀ ਨਿਰਦੋਸ਼ ਰਾਜਿਆਂ ਨੂੰ ਵੀ ਮੁਕਤ ਕਰਾਇਆ। ਰਿਹਾਈ ਦੇ ਕਾਰਨਾਂ ਨੂੰ ਕਿਧਰੋਂ ਹੋਰ ਬਾਹਰੋਂ ਭਾਲਣ ਦੀ ਲੋੜ ਨਹੀਂ।
ਨੂਰ ਜਹਾਨ ਨਾਲ ਸ਼ਾਦੀ ਉਪਰੰਤ ਰਾਜ ਜਹਾਂਗੀਰ ਦਾ ਜ਼ਰੂਰ ਕਹਿਲਾਉਂਦਾ ਸੀ, ਪਰ ਹਕੂਮਤ ਨੂਰ ਜਹਾਂ ਦੀ ਸੀ। ਨੂਰ ਜਹਾਂ ਜੋ ਮੀਆਂ ਮੀਰ ਦੀ ਜੇਠੀ ਚੇਲੀ ਸੀ ਨੇ ਸਾਫ਼ ਕਹਿ ਦਿੱਤਾ ਸੀ, ਫਕੀਰ ਜਾਤ ਹੈ ਸਾਈਂ ਦੀ ਸਾਈਂ ਜੈਸੇ, ਕੈਦ ਨਹੀਂ ਕਰੀਏ ਕਹੇ ਕਹਾਏ, ਫਕੀਰ ਦੀ ਮਾਰੀ ਕੋਈ ਨਹੀਂ ਹਟਾਏ। ਮੀਆਂ ਮੀਰ ਜੀ ਗੁਰੂ ਹਰਗੋਬਿੰਦ ਜੀ ਦੀ ਕਿਤਨੀ ਇੱਜ਼ਤ ਕਰਦੇ ਸਨ ਅਤੇ ਕਿਤਨਾ ਆਦਰ ਦਿੰਦੇ ਸਨ, ਉਸ ਦੀ ਗਵਾਹੀ ਉਹ ਸ਼ਬਦ ਹਨ ਜੋ ਉਹਨਾਂ ਜਹਾਂਗੀਰ ਨੂੰ ਕਹੇ ਸਨ। ਸ਼ਬਦ ਸਨ, गुरु हरगोबिंद जो है सो मकबूल इलाही है, अर जब हमारी 8वें दिन खुदा की दरगाह में वारी होती है, वहाँ जाकर हम अर्ज करते हैं और इन्हीं को देखते हैं। जिथे जहांगीर ने अपनी गलती मन्नी की, बेमुजब दुख दिया फकीर को, उत्थे यह भी कहा जहाँ तबीयत होए रहीए, जहाँ खुशी होए जाइए। ਇਹ ਸਭ ਦਰਸਾਉਂਦਾ ਹੈ ਕਿ ਗੁਰੂ ਜੀ ਬਹੁਤੀ ਦੇਰ ਗਵਾਲੀਅਰ ਬੰਦੀ ਵਿੱਚ ਨਹੀਂ ਰਹੇ। ਉਸੇ ਮੋਹਸਨ ਫਾਨੀ ਨੇ ਜਿਸ ਨੇ ਪਹਿਲਾਂ 12 ਸਾਲ ਦੀ ਕੈਦ ਵਾਲੀ ਗੱਲ ਆਖੀ ਸੀ, ਪਿੱਛੋਂ ਉਹ ਹੀ ਲਿਖਦਾ ਹੈ, ਅੱਜ ਰਾਹੇ ਫਸ਼ਕਤ ਛੇਤੀ ਰਿਹਾ ਕਰ ਦਿੱਤਾ। ਗੁਰੂ ਹਰਗੋਬਿੰਦ ਜੀ ਦਿੱਲੀ ਦੇ ਅਤੇ ਹੋਰ ਇਲਾਕਿਆਂ ਤੋਂ ਹੁੰਦੇ ਹੋਏ ਸਿੱਧੇ ਡਰੋਲੀ ਹੀ ਆਏ। ਉੱਥੇ ਬੀਬੀ ਰਾਮੋ ਜੀ ਅਤੇ ਸਾਈਂ ਦਾਸ ਜੀ ਨਵੇਂ ਮਕਾਨ ਬਣਾ ਕੇ ਦਿਨ ਰਾਤ ਉਡੀਕਾਂ ਕਰ ਰਹੇ ਸਨ। ਪ੍ਰੇਮ ਖਿੱਚਾਂ ਜਾਣਨ ਵਾਲੇ ਅਤੇ ਪ੍ਰੇਮ ਵਸ ਗੁਰੂ ਅੰਮ੍ਰਿਤਸਰ ਜਾਣ ਤੋਂ ਪਹਿਲਾਂ ਡਰੋਲੀ ਹੀ ਗਏ। ਦੋਨੋਂ ਹੀ ਖੀਵੀ ਹੋਈ ਜਾਣ, ਮਾਤਾ ਦਮੋਦਰੀ ਨੂੰ ਡਰੋਲੀ ਹੀ ਛੱਡ ਗੁਰੂ ਜੀ ਸ਼੍ਰੀ ਅੰਮ੍ਰਿਤਸਰ ਆ ਗਏ। ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਇਹ ਹੀ ਲਿਖਿਆ ਹੈ ਕਿ ਜਹਾਂਗੀਰ ਪਛਤਾਵਾ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਆਇਆ ਅਤੇ ਮਾਤਾ ਗੰਗਾ ਜੀ ਦੇ ਚਰਨ ਪਰਸੇ ਤੇ ਕਿਹਾ, ਖਿਮਾ ਮਾਤ ਮਮ ਕਰੀਚੇ। ਜਦ ਤੱਕ ਮਾਤਾ ਜੀ ਨੇ ਖਿਮਾ ਨਾ ਕਿਹਾ, ਤਦ ਤੱਕ ਜਹਾਂਗੀਰ ਨੂੰ ਚੈਨ ਨਾ ਆਇਆ। ਯੋ ਸੁਨ ਮਾਤਾ ਕੇ ਤਬ ਬੈਠਣਾ, ਜਹਾਂਗੀਰ ਮਨ ਆਇਓ ਚੈਨਾ। ਬਾਬਾ ਗੁਰਦਿੱਤਾ ਜੀ ਦਾ ਜਨਮ ਇਸੇ ਡਰੋਲੀ ਵਿਖੇ ਸਨ 1613 ਨੂੰ ਹੋਇਆ। ਗੁਰਬਿਲਾਸ ਪਾਤਸ਼ਾਹੀ 6ਵੀਂ ਦਾ ਕਥਨ ਹੈ ਕਿ ਮਾਤਾ ਦਮੋਦਰੀ ਜੀ ਬਾਬਾ ਗੁਰਦਿੱਤਾ ਜੀ ਦੇ ਜਨਮ ਤੋਂ ਪਹਿਲਾਂ ਰੋਜ਼ ਹੀ ਇਸ਼ਨਾਨ ਕਰਕੇ ਗੁਰੂ ਨਾਨਕ ਦਾ ਧਿਆਨ ਧਰ ਸਤਨਾਮ ਦੀ ਧੁਨੀ ਲਗਾ ਜੁੜ ਜਾਂਦੇ ਸਨ। ਲੋੜਵੰਦਾਂ ਨੂੰ ਅੰਨ ਵਸਤਰ ਵੰਡਦੇ ਰਹਿੰਦੇ ਸਨ। ਬਾਲਕ ਦੇ ਜਨਮ ਦੀ ਖਬਰ ਸ਼੍ਰੀ ਅੰਮ੍ਰਿਤਸਰ ਪੁੱਜਦੇ ਸਾਰ ਹੀ ਗੁਰੂ ਹਰਗੋਬਿੰਦ ਜੀ, ਬਾਬਾ ਬੁੱਢਾ ਜੀ ਅਤੇ ਹੋਰ ਪਤਵੰਤੇ ਸਿੱਖ ਛੇਤੀ ਹੀ ਡਰੋਲੀ ਆਣ ਪੁੱਜੇ। ਬਾਬਾ ਬੁੱਢਾ ਹੀ ਗੁਰੂ ਨਾਨਕ ਦੇ ਸਮਰੂਪ ਅਪਾਰਾ ਦੇ ਬਚਨ ਕਹੇ ਅਤੇ ਸਾਰੇ ਬਾਬਾ ਜੀ ਹੀ ਕਹਿਣ ਲੱਗ ਪਏ। ਕੁਝ ਦਿਨ ਡਰੋਲੀ ਵਿਖੇ ਟੇਕ ਗੁਰੂ ਹਰਗੋਬਿੰਦ ਜੀ ਬਾਲਕ ਅੰਮ੍ਰਿਤਸਰ ਹੀ ਲੈ ਆਏ। ਰਾਹ ਵਿੱਚ ਸੁਲਤਾਨਪੁਰ, ਗੋਇੰਦਵਾਲ, ਖਡੂਰ ਸਾਹਿਬ, ਤਰਨਤਾਰਨ ਹੁੰਦੇ ਸ਼੍ਰੀ ਅੰਮ੍ਰਿਤਸਰ ਆਏ। ਪਹਿਲਾਂ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟਿਕਵਾ ਕੇ ਬਾਬੇ ਬੁੱਢੇ ਅਤੇ ਭਾਈ ਗੁਰਦਾਸ ਜੀ ਕੋਲੋਂ ਅਸੀਸ ਦਿਲਵਾਈ। ਬੜਾ ਰੂਪ ਨਿਖਰ ਰਿਹਾ ਸੀ ਬਾਬਾ ਗੁਰਦਿੱਤਾ ਜੀ ਦਾ। ਨੈਣ ਨਕਸ਼, ਕੱਦ ਕਾਠ, ਮੂੰਹ ਮਹਾਂਦਰਾ ਗੁਰੂ ਨਾਨਕ ਜੀ ਜਿਹਾ ਹੀ ਨਿਕਲ ਆਇਆ ਸੀ। ਵਿਦਿਆ, ਘੋੜਸਵਾਰੀ, ਸ਼ਸਤਰ ਆਦਿ ਦੀ ਸਿੱਖਿਆ ਉਚੇਚੀ ਗੁਰੂ ਜੀ ਆਪੂ ਦਿੰਦੇ ਰਹੇ। ਗੁਰੂ ਜੀ ਬਹੁਤਾ ਚਿਰ ਕੋਲ ਹੀ ਰੱਖਦੇ। ਬੀਬੀ ਵੀਰੋ ਜੀ ਦਾ ਜਨਮ 1615 ਈਸਵੀ ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਬੀਬੀ ਦਮੋਦਰੀ ਦੀ ਕੁੱਖੋਂ ਹੀ ਹੋਇਆ। ਗੁਰੂ ਘਰ ਵਿੱਚ ਲੜਕੇ ਲੜਕੀ ਦਾ ਅੰਤਰ ਨਹੀਂ ਰੱਖਿਆ ਜਾਂਦਾ। ਇਸ ਦੀ ਅਤ ਸੁੰਦਰ ਉਦਾਹਰਨ ਗੁਰੂ ਬਿਲਾਸ ਨੇ ਦਿੱਤੀ ਹੈ। ਜਦ ਕੁੱਖ ਭਰੀ ਤਾਂ ਮਾਤਾ ਜੀ ਨੇ ਅਸੀਸ ਦਿੰਦੇ ਕਿਹਾ ਕਿ ਜੋੜੀ ਰਲੇ, ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ, ਜੋੜੀ ਨਹੀਂ ਬੇਟੇ 5 ਹੋਣਗੇ, ਪਰ ਘਰ ਵਿੱਚ ਇੱਕ ਲੜਕੀ ਜ਼ਰੂਰ ਚਾਹੀਦੀ ਹੈ। ਬਿਨਾਂ ਲੜਕੀ ਦੇ ਘਰ ਸਭਿਅਤਾ ਨਹੀਂ ਆ ਸਕਦੀ। ਸੀਲਵਾਨ ਕੰਨਿਆ ਇੱਕ ਹੋਵੇ, ਪੁੱਤਰੀ ਬਿਨ ਜਗ ਗ੍ਰਹਿਸਤ ਵਗੋਵੇ। ਇੱਥੇ ਮਾਤਾ ਗੰਗਾ ਸੱਸ ਦੇ ਬਹੁਤ ਖੁਸ਼ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਜਬ ਐਸੇ ਬਚਨ ਸ਼੍ਰੀ ਗੁਰ ਕਹੇ, ਮਾਤਾ ਗੰਗਾ ਸੁਣ ਆਨੰਦ ਲਹੇ। ਬੱਚੀ ਦੇ ਜਨਮ ਤੇ ਬਹੁਤ ਹੀ ਖੁਸ਼ੀ ਮਨਾਈ ਗਈ। ਨਾਮ ਵੀ ਵੀਰੋ ਰੱਖਿਆ ਗਿਆ, ਜੋ ਸੂਰਮਾ ਹੋਣ ਦਾ ਲਖਾਇਕ ਸੀ। ਮਹਾਨ ਕੋਸ਼ ਨੇ ਇਸ ਲਈ ਵੀਰੋ ਬੀਬੀ ਕਰਕੇ ਲਿਖਿਆ ਹੈ। ਗੁਣਾਂ ਦੇ ਸਾਗਰ ਗੁਣ ਸਾਗਰ ਕਰਕੇ ਇਤਿਹਾਸ ਨੇ ਵਡਿਆਇਆ ਹੈ। ਬੀਬੀ ਜੀ ਦੀ ਸ਼ਾਦੀ ਭਾਈ ਧਰਮਦਾਸ ਦੇ ਸਪੁੱਤਰ ਸਾਧੂ ਜੀ ਨਾਲ, ਜੋ ਮੱਲੇ ਬਠਿੰਡਾ ਦੇ ਰਹਿਣ ਵਾਲੇ ਸਨ, ਨਾਲ ਵਰਦੀਆਂ ਗੋਲੀਆਂ ਅਤੇ ਚਲਦੀਆਂ ਤੇਗਾਂ ਵਿੱਚ ਜੂਨ 1626 ਨੂੰ ਹੋਈ ਸੀ।
ਉਸੇ ਸਮੇਂ ਅਚਨਚੇਤ ਮੁਖਲਿਕ ਖਾਨ ਚੜ ਆਇਆ ਸੀ। ਬੀਬੀ ਵੀਰੋ ਜੀ ਦੇ 5 ਪੁੱਤਰਾਂ ਭਾਈ ਸੰਗੋ ਸ਼ਾਹ, ਗੁਲਾਬ ਚੰਦ, ਜੀਤ ਮੱਲ, ਗੰਗਾ ਰਾਮ ਅਤੇ ਮਾਹਰੀ ਚੰਦ ਨੇ ਜੋ ਵੀਰਤਾ ਦੱਸੀ ਉਸ ਦਾ ਵਰਣਨ ਆਪੂ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਕੀਤਾ ਸੀ। ਭਾਈ ਸਾਧੂ ਜੀ ਬਾਰੇ ਇਹ ਲਿਖਣਾ ਕੁਥਾ ਨਹੀਂ ਸੀ ਕਿ ਗੁਰੂ ਹਰਗੋਬਿੰਦ ਜੀ ਨੇ ਸਾਧੂ ਦੇ ਨੇਕ ਆਚਰਣ ਅਤੇ ਮਿੱਠੇ ਸੁਭਾਅ ਨੂੰ ਦੇਖ ਕੇ ਸਾਧੂ ਜਨ ਕਿਹਾ ਸੀ। ਮਹਿਮਾ ਪ੍ਰਕਾਸ਼ ਦੇ ਕਹਿਣ ਅਨੁਸਾਰ ਜਦ ਭਾਈ ਧਰਮਦਾਸ ਜੀ ਆਪਣੀ ਪਤਨੀ ਬੀਬੀ ਨੰਦ ਕੌਰ ਅਤੇ ਬੇਟੇ ਨਾਲ ਸ਼੍ਰੀ ਅੰਮ੍ਰਿਤਸਰ ਆਏ ਤਾਂ ਸਾਧੂ ਨੂੰ ਭਗਤੀ ਵਿੱਚ ਲੀਨ ਅਤੇ ਹਰ ਸਮੇਂ ਸੇਵਾ ਵਿੱਚ ਜੁਟਿਆ ਤੱਕ ਸਾਧੂ ਜਨ ਕਿਹਾ ਤਾਂ ਉਸੇ ਸਮੇਂ ਭਗਤੀ ਦੀ ਇੱਕ ਨਿਰਾਲੀ ਲਹਿਰ ਉਹਨਾਂ ਦੇ ਤਨ ਵਿੱਚ ਅਜਿਹੀ ਦੌੜੀ ਕਿ ਉਹਨਾਂ ਵਿੱਚੋਂ ਪਵਿੱਤਰ ਕਵਿਤਾ ਫੁੱਟ ਪਈ। ਭਾਈ ਸਾਧੂ ਜੀ ਨੇ ਲਿਖਿਆ ਹੈ, ਮੈਂ ਬਣੀਆਂ ਮਣੀਆਂ ਕਾਂਚ ਕਾ ਗੁਰਮੋਤੀ ਕੀਨਾ ਸਾਚ ਕਾ, ਸਾਧੂ ਜਨ ਮੇਰਾ ਨਾਉ ਕੀਆ ਕਰ ਕਿਰਪਾ ਸਤਿਗੁਰ ਮੇਲ ਲਿਆ। ਭਾਈ ਸਾਧੂ ਜੀ ਮਾਲਵਾ ਵਿੱਚ ਪ੍ਰਚਾਰ ਕਰਦੇ ਅਤੇ ਕਹਿੰਦੇ, ਸਾਧੂ ਦਾ ਹੋਕਾ ਸੁਣਿਆ ਵੇ ਲੋਕਾ, ਤੇਰਾ ਅਵਸਰ ਜਾਂਦਾ ਵਕਤ ਵਿਹਾਂਦਾ, ਜਾਤੀ ਪੈ ਰਾਮ ਨਾ ਰੀਝੇ ਰੇ, ਕੋਈ ਸਰਨ ਪਰੇ ਸੋ ਰੀਝੇ ਰੇ। ਜਦ ਗੁਰੂ ਤੇਗ ਬਹਾਦਰ ਜੀ ਲੁਕਾਈ ਨੂੰ ਜਗਾਉਣ ਹਿੱਤ ਪੂਰਬ ਦੇ ਦੌਰੇ ਤੇ ਗਏ ਤਾਂ ਭਾਈ ਸਾਧੂ ਜੀ ਨਾਲ ਹੀ ਸਨ। ਭਾਈ ਸਾਧੂ ਜੀ ਦੇ ਇੱਕ ਸਮਕਾਲੀ ਰੂਪ ਰਾਏ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੀ ਬਾਣੀ ਸਾਧੂ ਜੀ ਵਿੱਚ ਸਮਾਈ ਹੋਈ ਸੀ। ਉਹਨਾਂ ਦਾ ਧਿਆਨ ਗੋਰਖ ਤੋਂ ਵੱਧ ਟਿਕਿਆ ਹੋਇਆ ਸੀ। ਗਿਆਨ ਜਨਕ ਜਿਤਨਾ ਅਤੇ ਦਾਨ ਕਰਨ ਤੋਂ ਵੱਧ ਲਛਮਣ ਜਿਹੇ ਜਤੀ ਅਤੇ ਭੈਰਵ ਵਰਗੇ ਸਤੀ ਅਤੇ ਯੋਧੇ ਸਨ। ਆਪ ਜੀ ਦੀ ਵਿਦਵਤਾ ਇਸ ਗੱਲ ਤੋਂ ਪ੍ਰਗਟ ਹੈ ਕਿ ਆਪ ਜੀ ਨੇ ਸੰਸਕ੍ਰਿਤ ਵਿੱਚ ਰਚੇ ਮਹਾਭਾਰਤ ਦਾ ਤਰਜਮਾ ਆਮ ਪ੍ਰਚਲਿਤ ਬੋਲੀ ਵਿੱਚ ਕੀਤਾ। ਜਪਜੀ ਅਤੇ ਸੁਖਮਨੀ ਸਾਹਿਬ ਦੀ ਵਿਆਖਿਆ ਵੀ ਆਪ ਨੇ ਵੱਖਰੇ ਢੰਗ ਨਾਲ ਕੀਤੀ। ਬਾਬਾ ਸੂਰਜ ਮੱਲ ਦਾ ਜਨਮ, ਦੂਜੇ ਪੁੱਤਰ ਬਾਬਾ ਸੂਰਜ ਮੱਲ ਦਾ ਜਨਮ ਬੀਬੀ ਮਹਾਦੇਵੀ ਜੀ ਦੀ ਕੁੱਖੋਂ ਅੰਮ੍ਰਿਤਸਰ ਹੀ ਹੋਇਆ। ਇਹ ਬੜੇ ਆਗਿਆਕਾਰ ਬੱਚੇ ਸਨ। ਉਹਨਾਂ ਦੀ ਸ਼ਾਦੀ ਕਰਤਾਰਪੁਰ ਨਿਵਾਸੀ ਭਾਈ ਪ੍ਰੇਮ ਚੰਦ ਦੀ ਕੰਨਿਆ ਖੇਮ ਕੌਰ ਨਾਲ ਹੋਈ ਸੀ। ਬਾਬਾ ਅਣੀ ਰਾਏ ਦਾ ਜਨਮ ਬੀਬੀ ਦਮੋਦਰੀ ਦੀ ਕੁੱਖੋਂ ਸਨ 1618 ਈਸਵੀ ਨੂੰ ਹੋਇਆ। ਜਨਮ ਤੇ ਹੀ ਗੁਰੂ ਜੀ ਨੇ ਕਿਹਾ ਸੀ, ਅਣੀ ਵੱਤ ਹੋਵੇਗਾ। ਵੱਡੇ ਯੋਧੇ ਅਤੇ ਆਤਮ ਗਿਆਨੀ ਬਾਬਾ ਅਣੀ ਰਾਏ ਸਨ। ਬੜੇ ਆਗਿਆਕਾਰੀ ਸਨ। ਸ਼ਾਦੀ ਸਾਰੀ ਉਮਰ ਨਹੀਂ ਕਰਾਈ ਅਤੇ ਆਤਮ ਆਨੰਦ ਵਿੱਚ ਹੀ ਰਹੇ। ਬਾਬਾ ਅਟਲ ਰਾਏ ਜੀ ਦਾ ਜਨਮ ਬਾਬਾ ਅਟਲ ਰਾਏ ਦਾ ਜਨਮ 1619 ਈਸਵੀ ਨੂੰ ਹੋਇਆ ਸੀ। ਜੰਮਦੇ ਹੀ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਸਮਾਧੀ ਲੱਗੀ ਹੋਈ ਹੈ। ਬਚਨ ਵੀ ਹੋਏ ਸਨ ਕਿ ਅਚਲ ਸਮਾਧੀ ਵਿੱਚ ਰਹਿਣਗੇ। ਬਰਕਤਾਂ ਬਚਪਨ ਵਿੱਚ ਹੀ ਪਾ ਲਈਆਂ। ਆਪਣੇ ਹਾਣੀ ਮੋਹਨ ਨੂੰ ਜਿਵਾਲ ਕੇ ਕਰਾਮਾਤ ਦਿਖਲਾਉਣ ਕਰਕੇ ਗੁਰੂ ਹਰਗੋਬਿੰਦ ਜੀ ਨੇ ਕਿਹਾ ਸੀ, ਪ੍ਰਭ ਕੇ ਸਾਥ ਸ਼ਰੀਕੀ ਧਰੇ। ਇਹ ਗੁਰੂ ਘਰ ਦੀ ਰੀਤੀ ਨਹੀਂ। ਇਤਨਾ ਸੁਣਦੇ ਹੀ ਸਮਾਧੀ ਲਗਾ ਕੇ ਬਾਬਾ ਅਟਲ ਰਾਏ ਨੇ ਪ੍ਰਾਣ ਚੜਾ ਲਏ ਸਨ। ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ 1 ਅਪ੍ਰੈਲ 1621 ਈਸਵੀ ਨੂੰ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੇ ਕੁੱਖੋਂ ਹੋਇਆ ਸੀ। ਗੁਰੂ ਹਰਗੋਬਿੰਦ ਜੀ ਨੇ ਬੰਦਨਾ ਕੀਤੀ ਤਾਂ ਬਿਧੀ ਚੰਦ ਜੀ ਦੀ ਪੁੱਛ ਤੇ ਹੀ ਕਿਹਾ ਸੀ ਕਿ ਦੀਨ ਰਚ ਸੰਕਟ ਹਰਨ ਵਾਲੇ ਹੋਣਗੇ। ਸੱਚੇ ਸੰਤ, ਧਰਮ ਰੱਖਿਅਕ, ਧਰਮ ਧੁਰਾ, ਧੀਰਜ, ਤੁਰੰਤਰ, ਅਜਰ ਨੂੰ ਜਰਨ ਵਾਲੇ ਆਪਾ ਵਾਰ ਕੇ ਜਾਂਦੀ ਹਿੰਦ ਦੀ ਰੱਖਣਗੇ। ਹੋਰ ਇਹਨਾਂ ਦੇ ਗ੍ਰਹਿ ਇੱਕ ਐਸਾ ਯੋਧਾ ਪੈਦਾ ਹੋਏਗਾ ਜੋ ਤੇਜ ਵਾਲਾ ਅਤੇ ਦੁਸ਼ਟਾਂ ਦਾ ਨਾਸ਼ ਕਰੇਗਾ, ਨਾਨਕ ਨਾਮ ਨੂੰ ਉਜਲ ਕਰੇਗਾ। ਜਗਤ ਗੁਰੂ ਸ਼੍ਰੀ ਨਾਨਕ ਕੇਰਾ, ਨਾਮ ਕਰੇ ਹੈ ਉਜਲ ਬਹੁ ਤੇਰਾ। ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਬੜੇ ਚਾਵਾਂ ਨਾਲ ਕੀਤੀ ਗਈ। ਬਰਾਤ ਵੀ ਬਟਾਲੇ ਹੀ ਗਈ। ਆਪ ਦਾ ਮੂੰਹ ਮਹਾਂਦਰਾ ਗੁਰੂ ਨਾਨਕ ਜੀ ਨਾਲ ਮਿਲਦਾ ਸੀ, ਸੋ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਗੁਰੂ ਨਾਨਕ ਦੇਵ ਜੀ ਦੀ ਬਰਾਤ ਵੀ ਬਟਾਲੇ ਹੀ ਗਈ ਸੀ। ਹੁਣ ਵੀ ਬਟਾਲੇ ਗੁਰੂ ਜੀ ਭਾਈ ਰਾਮੇ ਦੇ ਘਰ ਢੁੱਕੇ ਸਨ। ਰਾਮਾ ਜੀ ਆਪ ਵੀ ਕਰਨੀ ਵਾਲੇ ਸਿੱਖ ਅਤੇ ਕਈ ਸਿੱਧੀਆਂ ਦੇ ਮਾਲਕ ਸਨ। ਇਹਨਾਂ ਦੀ ਲੜਕੀ ਅਨੰਤੀ, ਜਿਸ ਸਹੁਰੇ ਘਰ ਰਾਜ ਕੌਰ ਦਾ ਨਾਮ ਦਿੱਤਾ ਗਿਆ, ਨਾਲ ਵਿਆਹ ਹੋਇਆ। 3 ਮਹੀਨੇ ਵਿਆਹ ਦੀਆਂ ਖੁਸ਼ੀਆਂ ਹੁੰਦੀਆਂ ਰਹੀਆਂ। ਦੂਰੋਂ ਦੂਰੋਂ ਸਿੱਖ ਤੇ ਸਾਧੂ ਵਿਆਹ ਵਿੱਚ ਸ਼ਾਮਿਲ ਹੋਣ ਲਈ ਆਏ। ਕਈ ਚਿਰਾਂ ਪਿੱਛੋਂ ਇਹ ਸੁਹਾਣੇ ਦਿਨ ਦੇਖਣ ਨੂੰ ਆਏ ਸਨ। ਤਾਂ ਹੀ ਤਾਂ ਇਹ ਲਿਖਿਆ ਮਿਲਦਾ ਹੈ, ਦੂਰ ਤੋਂ ਦੂਰ ਸੁ ਆਏ ਕਨੇ, ਜਨ ਪੁੱਤਰ ਵਿਆਹ ਗੁਰ ਸੁਖ ਕਾਮ,
ਮੋਹਰੀ ਜੀ, ਦਾਤੂ ਜੀ, ਨਾਰਾਇਣ ਦਾਸ ਜੀ ਵੀ ਸ਼ਾਮਿਲ ਹੋਏ ਸਨ। ਭਾਈ ਬਿਧੀ ਚੰਦ ਜੀ ਸਾਰੇ ਪ੍ਰਬੰਧ ਨੂੰ ਦੇਖ ਰਹੇ ਸਨ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਦਰਬਾਰ ਸਾਹਿਬ ਅਤੇ ਅਕਾਲ ਤਖਤ ਦੀ ਸੇਵਾ ਲਈ ਛੱਡ ਗਏ, ਕਿਉਂਕਿ ਸਮੇਂ ਵਿਖੜੇ ਆ ਰਹੇ ਸਨ। ਹਰ ਵੇਲੇ ਹਮਲੇ ਦੀ ਸੰਭਾਵਨਾ ਬਣੀ ਰਹਿੰਦੀ ਸੀ। ਘਰ ਸੁਣਨਾ ਛੱਡਣਾ ਨੀਤੀ ਨਹੀਂ ਸੀ। ਬੁੱਢੇ ਔਰ ਗੁਰਦਾਸ को श्री गुरु कहाँ सुनाए, दरबार तख्त सेवा करो, रहो इहाँ सुख पाए। ਆਪ ਜੀ ਨੇ ਬਟਾਲਾ ਪੁੱਜ ਗੁਰੂ ਨਾਨਕ ਦੇਵ ਜੀ ਵਾਲੇ ਅਸਥਾਨ ਤੇ ਹੀ ਡੇਰਾ ਕੀਤਾ। ਜੋ ਵੀ ਰਾਮਾ ਜੀ ਨੇ ਬੱਚੀ ਨੂੰ ਦਿੱਤਾ, ਆਪ ਜੀ ਨੇ ਉਸੇ ਸਮੇਂ ਉੱਥੇ ਹੀ ਵੰਡ ਦਿੱਤਾ। ਰਾਮਾ ਜੀ ਹੈਰਾਨ ਹੋਏ ਅਤੇ ਕਿਹਾ, ਤੁਹਾਡੀ ਭੇਟਾ ਮਿਲ ਗਈ ਹੈ, ਆਨੰਦ ਵੰਡਣ ਵਿੱਚ ਹੀ ਹੈ। ਧਰੀ ਦਈ ਪ੍ਰਭ ਭੇਟ ਲਈ, ਸਭ ਬਾਂਟ ਦਈ ਮਨ ਆਨੰਦ ਪਾਇਓ। ਇਤਨਾ ਵੰਡਿਆ ਕਿ ਨਗਰੀ ਵਿੱਚ ਕੋਈ ਰੰਕ ਨਾ ਰਿਹਾ। ਵਿਆਹ ਲਾਵਾਂ ਨਾਲ ਹੀ ਹੋਇਆ। ਜੋੜੀ ਨੂੰ ਉਸ ਥਾਂ ਤੇ ਲੈ ਗਏ ਜਿੱਥੇ ਗੁਰੂ ਨਾਨਕ ਜੀ ਦੀ ਸ਼ਾਦੀ ਹੋਈ ਸੀ। ਇਹ ਸਭ ਗ੍ਰਹਿਸਤ ਦੀ ਮਹਿਮਾ ਦਰਸਾਉਣ ਲਈ ਸੀ। ਇਹ ਬਚਨ ਵੀ ਕੀਤੇ, ਸਭ ਤੇ ਉੱਤਮ ਗ੍ਰਹਿਸਤ ਹੈ, ਸਾਈਂ ਦਾਸ ਹਿਤ ਜਾਣ। ਇਹ ਸ਼ਾਦੀ ਸਨ 1623 ਨੂੰ ਹੋਈ ਸੀ। ਕੀਰਤਪੁਰ ਦਾ ਵਸਾਉਣਾ। ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਲਾਹੌਰ ਸ਼ਹਿਰ ਵਿੱਚ ਜ਼ਹਿਰ ਤੇ ਕਹਿਰ ਦੇਖੇ ਸਨ, ਉਹ ਇਹਨਾਂ ਹੀ ਯਤਨਾਂ ਵਿੱਚ ਸਨ ਕਿ ਅਜਿਹੇ ਸ਼ਹਿਰ ਵਸਾਏ ਜਾਣ ਜਿਨ੍ਹਾਂ ਵਿੱਚ ਨਾ ਜ਼ਹਿਰ ਹੋਵੇ ਨਾ ਕਹਿਰ ਹੋਵੇ, ਸਗੋਂ ਹਰ ਘਰ ਸਿਫਤੀ ਦਾ। ਅਤੇ ਸ਼ਹਿਰ ਅੰਮ੍ਰਿਤਸਰ। ਹਰ ਸ਼ਹਿਰ ਵਸਾਉਣ ਵੇਲੇ ਹਾਕਮਾਂ ਨੂੰ, ਭਾਵੇਂ ਉਹ ਅੱਜ ਦੇ ਦਿਨ ਹਨ ਜਾਂ ਪਹਿਲੇ, ਕਹਿਰ ਹੀ ਕਰਨਾ ਪੈਂਦਾ ਹੈ। ਜ਼ਮੀਨਾਂ ਤੇ ਕਬਜ਼ੇ ਉਜਾੜੇ ਅਤੇ ਖੇਤੀ ਵਾਲਿਆਂ ਦੀਆਂ ਜ਼ਮੀਨਾਂ ਤੇ ਕਬਜ਼ੇ, ਅਤੇ ਫਿਰ ਜੋ ਉਸਰੀਏ ਆਉਂਦੇ ਹਨ, ਭਾਵੇਂ ਉਹ ਮਜ਼ਦੂਰ ਹਨ ਜਾਂ ਮਿਸਤਰੀ, ਰਾਜ ਹਨ ਜਾਂ ਸਾਜ, ਉਹਨਾਂ ਤੇ ਕਹਿਰ ਹੁੰਦਾ ਹੈ। ਢੋਰ ਪਸ਼ੂਆਂ ਵਾਂਗ ਉਹ ਰਹਿੰਦੇ ਹਨ ਅਤੇ ਦੇਖਦੇ ਹੀ ਦੇਖਦੇ ਝੁੱਗੀਆਂ ਝੌਂਪੜੀਆਂ ਉਸਰ ਜਾਂਦੀਆਂ ਹਨ। ਫਿਰ ਸ਼ੁਰੂ ਹੁੰਦੀ ਹੈ ਜ਼ਹਿਰ ਵਾਲੀ ਜ਼ਿੰਦਗੀ। ਪਾਣੀ ਵਿੱਚ ਜ਼ਹਿਰ, ਖਾਣੇ ਵਿੱਚ ਜ਼ਹਿਰ, ਬੋਲਾਂ ਵਿੱਚ ਜ਼ਹਿਰ, ਕੰਨਾਂ ਵਿੱਚ ਜ਼ਹਿਰ, ਅਤੇ ਜੀਵਨ ਵੀ ਜ਼ਹਿਰ ਵਾਲਾ ਹੋ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਐਸੇ ਸ਼ਹਿਰ ਵਸਾਏ ਜਿੱਥੇ ਨਾ ਜ਼ਹਿਰ ਸੀ ਅਤੇ ਨਾ ਕਹਿਰ। ਪਹਿਲਾਂ ਤਾਂ ਜ਼ਮੀਨਾਂ ਹੀ ਉਹ ਚੁਣੀਆਂ ਜੋ ਉਪਜ ਵਾਲੀਆਂ ਨਹੀਂ ਸਨ। ਗੁਰੂਆਂ ਦੇ ਵਸਾਏ ਸ਼ਹਿਰ ਜਾਂ ਦਰਿਆ ਦੇ ਬੇਟ ਸਨ। ਕਰਤਾਰਪੁਰ, ਰਾਵੀ, ਗੋਇੰਦਵਾਲ, ਹਰਗੋਬਿੰਦਪੁਰ ਜਾਂ ਟਿੱਬੇ, ਖਡੂਰ ਸਾਹਿਬ ਜਾਂ ਨੀਵੀਆਂ ਥਾਵਾਂ ਟੋਭੇ ਵਾਲੀਆਂ, ਅੰਮ੍ਰਿਤਸਰ, ਤਰਨਤਾਰਨ ਜਾਂ ਪਹਾੜੀਆਂ, ਕੀਰਤਪੁਰ ਅਤੇ ਆਨੰਦਪੁਰ ਸਾਹਿਬ, ਅਜਾਈ ਪਈਆਂ ਜ਼ਮੀਨਾਂ ਤੇ ਨਗਰ ਵਸਾਏ। ਫਿਰ ਕਿਸੇ ਵੀ ਸ਼ਹਿਰ ਝੁੱਗੀ ਚੌਂਪੜੀ ਨਾ ਬਣੇ। ਸ਼ਹਿਰ ਦੀ ਉਸਾਰੀ ਤੋਂ ਪਹਿਲਾਂ ਲੰਗਰ, ਰਹਿਣ ਬਸੇਰੇ ਅਤੇ ਦੀਵਾਨਖਾਨੇ ਬਣਾਏ। ਦਿਹਾੜੀ ਕੰਮ ਕਰਦੇ ਨੂੰ ਰਾਤ ਪੂਰਾ ਆਰਾਮ ਮਿਲੇ, ਰੱਜ ਕੇ ਰੋਟੀ ਮਿਲੇ ਅਤੇ ਟਿਕਣ ਨੂੰ ਥਾਂ, ਸਵੱਛ ਜਲ ਸਦਾ ਮਿਲੇ, ਇਸ ਲਈ ਬੌਲੀਆਂ, ਸਰੋਵਰ ਅਤੇ ਹੋਰ ਖੂਹ ਲਗਵਾਏ। ਹਵਾਵਾਂ ਸਦਾ ਖੁੱਲ੍ਹੀਆਂ ਮਿਲਣ, ਇਸ ਲਈ ਇੱਕ ਥਾਵੇਂ ਸੰਘਣੀ ਆਬਾਦੀ ਨਾ ਹੋਣ ਦਿੱਤੀ। ਸ਼ਹਿਰ ਨੂੰ ਪਨਾਹ ਅਤੇ ਕਿਲੇ ਵਾਂਗ ਬਣਵਾਇਆ ਤਾਂ ਕਿ ਕੋਈ ਜਰਵਾਣਾ ਲੰਘਦੇ ਹੀ ਹਮਲਾ ਨਾ ਕਰ ਜਾਏ। ਇਸੇ ਲਈ ਸਮਿਥ ਨੇ ਕਿਹਾ ਸੀ ਕਿ ਸਿੱਖਾਂ ਦੇ ਪਿੰਡ ਤੱਕ ਹਿੰਦੂਆਂ ਅਤੇ ਮੁਸਲਮਾਨਾਂ ਨਾਲੋਂ ਅੱਡ ਹਨ। ਇੱਕ ਦੂਜੇ ਨਾਲ ਪਰਸਪਰ ਮੇਲ ਅਤੇ ਪਿਆਰ ਵਧੇ। ਸ਼ਹਿਰ ਦੀ ਤੜਕ ਭੜਕ ਵਿੱਚ ਆਤਮਾਵਾਂ ਹੀ ਨਾ ਰੁਲ ਜਾਣ, ਇਸ ਲਈ ਧਰਮਸ਼ਾਲਾ ਅਤੇ ਨਾਲ ਹੀ ਮਸੀਤਾਂ ਬਣਵਾਈਆਂ। ਫਿਰ ਬਾਜ਼ਾਰ ਅਤੇ ਮੰਡੀਆਂ ਬਣਵਾਈਆਂ ਤਾਂ ਕਿ ਵਪਾਰੀ ਲੰਘਦੇ ਮਾਲ ਵੇਚ ਸਕਣ। ਹਰ ਨਗਰ ਵਿੱਚ ਉਚੇਚਾ ਵਪਾਰ ਵੀ ਰੱਖਿਆ। ਤਰਨਤਾਰਨ ਲੂਣ ਦੀ ਮੰਡੀ ਸੀ। ਗੋਇੰਦਵਾਲ ਤੇਲ ਦਾ ਵਪਾਰ ਹੁੰਦਾ ਸੀ ਅਤੇ ਅੰਮ੍ਰਿਤਸਰ ਸੂਤ ਦਾ। ਜਦ ਦਿੱਲੀ ਤੇਲ ਦੀ ਥੋੜ ਹੋਈ ਤਾਂ ਗੋਇੰਦਵਾਲ ਦੇ ਵਪਾਰੀਆਂ ਨੇ ਲਿਖਿਆ ਸੀ ਕਿ ਜੇ ਬਾਦਸ਼ਾਹ ਨਹਿਰ ਖੁਦਵਾ ਦੇਵੇ ਤਾਂ ਉਹ ਨਹਿਰ ਹੀ ਤੇਲ ਨਾਲ ਭਰ ਦੇਣਗੇ। ਹਰ ਸ਼ਹਿਰ ਵਿੱਚ ਹੱਥੀਂ ਕੰਮ ਕਰਨ ਵਾਲਿਆਂ ਸਤਿਕਾਰ ਵਾਲੀ ਥਾਂ ਦਿੱਤੀ ਜਾਂਦੀ ਸੀ। ਹਿੰਦੁਸਤਾਨੀ ਸ਼ਹਿਰਾਂ ਵਾਂਗ ਨਹੀਂ ਕਿ ਕਿਰਤ ਕਰਦੇ ਸ਼ੂਦਰ ਲੋਕ ਪੱਛਮ ਵੱਲ ਵਸਾਏ ਜਾਣ। ਗੁਰਨਗਰੀਆਂ ਵਿੱਚ ਇਹਨਾਂ ਕਿਰਤੀਆਂ ਨੂੰ ਪੂਰਬ ਵੱਲ ਵਸਾਇਆ ਜਾਂਦਾ ਸੀ ਤਾਂ ਕਿ ਸਮਾਜ ਵਿੱਚ ਆਦਰ ਦੀ ਨਜ਼ਰ ਨਾਲ ਦੇਖੇ ਜਾਣ। ਗੁਰੂ ਪਾਤਸ਼ਾਹ ਹਰ ਪੱਖੋਂ ਇਨਕਲਾਬ ਲਿਆ ਰਹੇ ਸਨ। ਇੰਜ ਤਾਂ ਨਹੀਂ। ਅਰਬਿੰਦੂ ਘੋਸ਼ ਨੇ ਕਹਿ ਦਿੱਤਾ ਕਿ ਗੁਰੂ ਨਾਨਕ ਦੀ ਅਤੇ ਹੋਰ ਗੁਰੂ ਸਾਹਿਬਾਨ ਦੀ ਤਾਲੀਮ ਹੈਰਾਨੀ ਦੀ ਹੱਦ ਤੱਕ ਮੁਲਕ ਤੇ ਨਿਰਾਲੀ ਹੈ, ਜੋ ਪਿੱਛੇ ਨਹੀਂ ਅਗਾਂਹ ਵੱਲ ਦੇਖਦੀ ਹੈ। ਜਦ ਅਲਮਸਤ ਦੀ ਅਰਦਾਸ ਤੇ ਗੁਰੂ ਹਰਗੋਬਿੰਦ ਜੀ ਨਾਨਕ ਮੱਤਾ ਦੋਖੀ ਜੋਗੀਆਂ ਨੂੰ ਮੱਤ ਦੇਣ ਗਏ ਤਾਂ ਗੁਰੂ ਜੀ ਨੇ ਦੋ ਗੱਲਾਂ ਮਹਿਸੂਸ ਕੀਤੀਆਂ ਕਿ ਗੁਰੂ ਅਸਥਾਨਾਂ ਦੀ ਸੇਵਾ ਸੰਭਾਲ ਲਈ ਉਚੇਚੇ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਉਚੇਚੀ ਸੇਵਾ ਸੰਸਥਾ ਬਣਾ ਕੇ ਉਸ ਦੇ ਜਿੰਮੇ ਇਹ ਕਾਰਜ ਲਗਾਉਣਾ ਚਾਹੀਦਾ ਹੈ। ਹੋਰ ਇਹ ਵੀ ਅਨੁਭਵ ਕੀਤਾ ਕਿ ਸਮੇਂ ਵਿਖੜੇ ਆ ਰਹੇ ਹਨ। ਇਹ ਅਮਨ ਦਾ ਜ਼ਮਾਨਾ ਬਹੁਤੀ ਦੇਰ ਰਹਿਣ ਵਾਲਾ ਨਹੀਂ। ਸੋ ਇੱਕ ਐਸਾ ਨਗਰ ਹਟਵਾਂ
ਕਿਲਾ ਨੂਮਾ ਤੇ ਪਹਾੜੀ ਤੇ ਅਗਮ ਦੁਗਮ ਬਣਾਉਣਾ ਚਾਹੀਦਾ ਹੈ, ਜਿੱਥੋਂ ਸਿੱਖੀ ਲਹਿਰ ਨੂੰ ਸੇਧ ਦਿੱਤੀ ਜਾ ਸਕੇ। ਜਦ ਗੁਰੂ ਪਾਤਸ਼ਾਹ ਪਹਾੜੀ ਰਾਜਿਆਂ ਨੂੰ ਮਿਲਣ ਹਿੱਤ ਪਹਾੜਾਂ ਵਿੱਚ ਵਿਚਰ ਰਹੇ ਸਨ ਤਾਂ ਤਾਰਾ ਚੰਦ, ਜਿਸ ਗਵਾਲੀਅਰ ਵਿੱਚੋਂ ਆਪ ਜੀ ਨੇ ਰਿਹਾ ਕਰਵਾਇਆ ਸੀ, ਨੇ ਬੇਨਤੀ ਕੀਤੀ ਕਿ ਇਸ ਪਾਸੇ ਵੀ ਇੱਕ ਨਗਰੀ ਵਸਾਓ। ਤਲੇ ਪਹਾਰਨ ਦੇਸ਼ ਸੁਹਾਵਣ, ਇੱਕ ਪੁਰ ਇਹਾਂ ਕਰੋ ਬਸਾਵਣ। ਜਿਸ ਥਾਂ ਨੂੰ ਗੁਰੂ ਜੀ ਨੇ ਚੁਣਿਆ ਉਸ ਦੇ ਇੱਕ ਪਾਸੇ ਸਤਲੁਜ ਸੀ, ਦੂਜੇ ਪਾਸੇ ਪਹਾੜ, ਤੀਜੇ ਪਾਸੇ ਸਰਸਾ ਅਤੇ ਚੌਥੇ ਪਾਸੇ ਜੰਗਲ। ਉਸੇ ਥਾਂ ਇੱਕ ਸ਼ਰਧਾ ਭਿੱਜੇ ਜੀਵਨ ਵਾਲਾ ਬੁੱਢਣ ਸ਼ਾਹ ਕਈ ਸਾਲਾਂ ਤੋਂ ਉਡੀਕਦਾ ਪਿਆ ਸੀ ਕਿ ਕਦ ਗੁਰੂ ਨਾਨਕ ਦੇ ਰੂਪ ਦੇ ਚਰਨ ਪੈਣ ਤਾਂ ਕਲਿਆਣ ਹੋਵੇ। ਸਾਖੀ ਇਸ ਤਰ੍ਹਾਂ ਕਰਦੇ ਹਨ ਕਿ ਸਾਈ ਬੁੱਢਣ ਸ਼ਾਹ ਇੱਕ ਪਹਾੜ ਤੇ ਕਠਿਨ ਤਪ ਕਰ ਰਿਹਾ ਸੀ, ਪਰ ਮਨ ਨਹੀਂ ਸੀ ਟਿਕਦਾ। ਭਾਵੇਂ ਸਾਰਾ ਜੀਵਨ ਸੰਜਮ ਵਿੱਚ ਢਾਲਿਆ ਹੋਇਆ ਸੀ, ਪਰ ਭਟਕਣਾ ਬਣੀ ਰਹਿੰਦੀ ਸੀ। ਇੱਕ ਬੱਕਰੀ ਜੋ ਪਾਸ ਪਾਲੀ ਹੋਈ ਸੀ ਦਾ ਦੁੱਧ ਹੀ ਬੁੱਢਣ ਜੀ ਦਾ ਆਧਾਰ ਸੀ। ਇੱਕ ਸ਼ੇਰ ਪਾਲਤੂ ਵੀ ਪਾਸ ਸੀ ਜੋ ਉਹਨਾਂ ਦੀ ਜੰਗਲੀ ਜਾਨਵਰਾਂ ਤੋਂ ਰਾਖੀ ਕਰਦਾ ਸੀ। ਇੱਕ ਪੇਜੂ ਦੀ ਪੁੱਤਰੀ ਕੋਲੋਂ ਬੁੱਢਣ ਸ਼ਾਹ ਜੀ ਨੇ ਗੁਰੂ ਨਾਨਕ ਦੀ ਸ਼ੋਭਾ ਸੁਣੀ ਕਿ ਗੁਰੂ ਜੀ ਜੀਵਨ ਵਿੱਚ ਰਸ ਘੋਲ ਦਿੰਦੇ ਹਨ ਅਤੇ ਅਜਿਹਾ ਝਰਨਾ ਚੱਲ ਪੈਂਦਾ ਹੈ ਜੋ ਫਿਰ ਕਦੇ ਸੁੱਕਦਾ ਨਹੀਂ। ਗੁਰੂ ਨਾਨਕ ਜੀ ਉਸ ਪਾਸ ਗਏ, ਜੀਵਨ ਦਾਨ ਦਿੱਤਾ। ਉਸ ਵੀ ਮਹਿਸੂਸ ਕੀਤਾ ਕਿ ਜਨਮਾਂ ਦਾ ਜਿਵੇਂ ਸੁੱਤਾ ਜਾਗ ਪਿਆ ਹੋਵੇ। ਸਿਮਰਨ ਦੀ ਰੌ ਚੱਲ ਪਈ। ਵਿਛੜਨ ਵੇਲੇ ਗੁਰੂ ਜੀ ਨੇ ਕਿਹਾ, ਹੁਣ ਤੇਰਾ ਕਾਜ ਹੋ ਗਿਆ ਹੈ, ਬੈਠਿਓ ਮਨ ਸਤਨਾਮ ਪਰੋਏ। ਜਦ ਫਿਰ ਦਰਸ਼ਨਾਂ ਦੀ ਇੱਛਾ ਬੁੱਢਾ ਜੀ ਨੇ ਪ੍ਰਗਟ ਕੀਤੀ ਤਾਂ ਗੁਰੂ ਨਾਨਕ ਜੀ ਨੇ ਕਿਹਾ, ਛੇਵੇਂ ਜਾਮੇ ਬਚਨ ਪਏ ਹੁੰਦੇ ਸਨ ਕਿ ਬੱਕਰੀ ਚਰ ਕੇ ਆਈ। ਬੁੱਢਣ ਜੀ ਨੇ ਦੁੱਧ ਚੋਇਆ ਅਤੇ ਗੁਰੂ ਨਾਨਕ ਜੀ ਨੂੰ ਭੇਟ ਕੀਤਾ। ਮਹਾਰਾਜ ਨੇ ਕਿਹਾ, ਜ਼ਰੂਰ ਪੀਂਦੇ, ਪਰ ਹੇਠਾਂ ਭੇਜੂ ਦੇ ਘਰ ਪ੍ਰਸ਼ਾਦ ਪਾਉਣਾ ਹੈ। ਅੱਛਾ, ਅਮਾਨਤ ਰਿਹਾ, ਮੰਗ ਕੇ ਦੁੱਧ ਪੀਆਂਗੇ। ਬਾਬਾ ਸੂਰਜਮਲ ਦੀ ਸ਼ਾਦੀ ਜੋ ਕਰਤਾਰਪੁਰ ਹੋਈ ਸੀ, ਉਸ ਉਪਰੰਤ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਦਿੱਤਾ, ਬੁੱਢਣ ਸ਼ਾਹ ਯਾਦ ਤੁਮ ਕਰੋ, ਤੀਰ ਸਤ ਦਰਵ ਗਿਰ ਕੁਛ ਪਰੋ। ਬੈਠਾ ਤਾਹੇ ਪਰ ਲਾਏ ਧਿਆਨਾ, ਗੁਰੂ ਨਾਨਕ ਤਹਿ ਬਚਨ ਬਖਾਨਾ। ਇਛ ਤਾਹੇ ਕੀ ਪੂਰਨ ਕੀਜੇ, ਨਗਰ ਵਸਾਏ ਵਾਸ ਤਹਿ ਲੀਜੇ। ਬਾਬਾ ਗੁਰਦਿੱਤਾ ਜੀ ਦੇ ਦਰਸ਼ਨ ਪਾ ਕੇ ਬੁੱਢਣ ਸ਼ਾਹ ਨੂੰ ਯਕੀਨ ਬੱਝ ਗਿਆ ਕਿ ਬਚਨ ਫਲਨ ਦਾ ਸਮਾਂ ਆ ਗਿਆ ਹੈ। ਗੁਰੂ ਹਰਗੋਬਿੰਦ ਜੀ ਜਦ ਨਗਰ ਦੀ ਮੋੜੀ ਗੱਡਣ ਲਈ ਥਾਂ ਦੇਖਣ ਆਏ ਤਾਂ ਸ਼ਿਕਾਰ ਖੇਡਦੇ ਘੋੜਸਵਾਰ ਹੀ ਬੁੱਢਣ ਜੀ ਪਾਸ ਪੁੱਜੇ ਤੇ ਕਿਹਾ, ਸਾਈਂ ਜੀ ਦੁੱਧ ਪਿਲਾਓ। ਆਵਾਜ਼ ਸੁਣ ਕੇ ਪਹਿਲਾਂ ਤਾਂ ਸਖਤੇ ਵਿੱਚ ਆ ਗਏ, ਪਰ ਨੀਝ ਲਗਾ ਕੇ ਡਿੱਠਾ ਤਾਂ ਗੁਰੂ ਨਾਨਕ ਦੀ ਜੋਤ ਨਜ਼ਰੀ ਪਈ। ਕਦਮ ਬੋਸੀ ਕੀਤੀ, ਦੁੱਧ ਪਿਲਾਇਆ। ਸਦੀਆਂ ਦੀ ਸਿੱਕ ਪੂਰੀ ਹੋਈ। ਭਾਵੇਂ ਬੁੱਢਣ ਜੀ ਥੋੜੇ ਚਿਰ ਪਿੱਛੋਂ ਹੀ ਅਕਾਲ ਚਲਾਣਾ ਕਰ ਗਏ, ਪਰ ਯਾਦ ਰਹਿ ਗਈ ਜੋ ਹੁਣ ਤੱਕ ਕਾਇਮ ਹੈ। ਕੀਰਤਪੁਰ ਦੀ ਮੋੜੀ ਬਾਬਾ ਜੀ ਨੇ 1624 ਵਿੱਚ ਗੱਡ ਦਿੱਤੀ ਸੀ ਅਤੇ ਉੱਥੇ 1626 ਤੱਕ ਆਬਾਦੀ ਹੋ ਗਈ ਸੀ। ਇਸ ਦੇ ਵਸਣ ਦਾ ਵਰ ਵੀ ਗੁਰੂ ਨਾਨਕ ਜੀ ਨੇ ਦਿੱਤਾ ਸੀ ਅਤੇ ਨਾਮ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਰੱਖਿਆ, ਕਿਉਂਕਿ ਬੁੱਢਣ ਸ਼ਾਹ ਨੇ ਗੁਰੂ ਨਾਨਕ ਦੀ ਕੀਰਤੀ ਵਿੱਚ ਕਈ ਸਾਲ ਗੁਜ਼ਾਰੇ ਸਨ। ਗੁਰੂ ਨਾਨਕ ਕੀ ਕਿਰਤ ਹੈ ਤਾਂ ਤੇ ਧਰ ਇਹ ਨਾਮ, ਕੀਰਤਪੁਰ ਇਹ ਨਗਰ ਕੋ ਅਬ ਚੱਲ ਰਹੇ ਮੁਦਾਮ। ਉਦਾਸੀ ਮਤ ਕੀ ਰੀਤ ਚਲਾਈ। ਉਦਾਸੀ ਮਤ ਦੀ ਰੀਤ ਗੁਰੂ ਨਾਨਕ ਦੇਵ ਜੀ ਨੇ ਹੀ ਚਲਾਈ ਸੀ। ਉਹ ਨਿਰਾਲੀ ਰੀਤ ਸੀ ਕਿ ਗ੍ਰਹਿਸਤ ਵਿੱਚ ਹੀ ਉਦਾਸ ਰਹਿਣਾ ਅਤੇ ਪ੍ਰਚਾਰ ਮੱਠਾ ਨਾ ਪੈਣ ਦੇਣਾ। ਪਹਿਲਾਂ ਨਾਨਕ ਮਤਾ ਵੱਲੋਂ ਮੁੜਦੇ ਅਤੇ ਹੁਣ ਕਸ਼ਮੀਰ ਦੀ ਫੇਰੀ ਤੋਂ ਗੁਰੂ ਹਰਗੋਬਿੰਦ ਜੀ ਮੁੜੇ ਤਾਂ ਅਨੁਭਵ ਕੀਤਾ ਕਿ ਢਿੱਲ ਨਹੀਂ ਹੋਣ ਦੇਣੀ ਚਾਹੀਦੀ। ਐਸੀ ਜੁਰਤ ਵਾਲੇ ਉਦਾਸੀ ਪ੍ਰਚਾਰਕਾਂ ਦੀ ਲੋੜ ਹੈ ਜੋ ਧੂਣੀਆਂ ਰਮਾ ਦੇਣ ਤੇ ਪਿੰਡ ਪਿੰਡ ਨਗਰ ਨਗਰ ਗੁਰੂ ਨਾਨਕ ਨਾਮ ਦੀ ਦੋਹੀ ਫੇਰਨ। ਬਾਬਾ ਸ਼੍ਰੀ ਚੰਦ ਜੀ ਵੀ ਹੁਣ ਤਿੱਖੇ ਬਾਣ ਨਹੀਂ ਸਨ ਚਲਾ ਰਹੇ, ਸਗੋਂ ਆਖ ਰਹੇ ਸਨ ਕਿ ਗੁਰਗੱਦੀ ਯੋਗ ਹਰਗੋਬਿੰਦ ਜੀ ਹੀ ਹਨ। ਇੱਕ ਗੱਲ ਤਾਂ ਇਹ ਸਪਸ਼ਟ ਹੋ ਗਈ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਕੋਈ ਗੁਰਸੁੱਤ ਤੋਂ ਇਲਾਵਾ ਯੋਗ ਪੁਰਸ਼ ਨਹੀਂ ਲੱਭਾ। ਦੂਜੇ ਭਾਵੇਂ ਉਹਨਾਂ ਖੁਣਸ ਖਾਧੀ ਸੀ, ਪਰ ਗੁਰਗੱਦੀ ਦਾ ਵਾਰਿਸ ਗੁਰੂ ਹਰਗੋਬਿੰਦ ਜੀ ਨੂੰ ਹੀ ਸਮਝਦੇ ਸਨ। ਕੋਈ ਦਵੈਖ ਨਹੀਂ ਸੀ ਰਿਹਾ। ਇਸੇ ਲਈ ਗੁਰਸੁੱਤ ਲੈ ਕੇ ਜ਼ਿੰਮੇਵਾਰੀ ਸੌਂਪੀ। ਫਿਰ ਗ੍ਰਹਿਸਤੀ ਨੂੰ ਪ੍ਰਵਾਨ ਕਰਨਾ ਇਹ ਸਾਬਿਤ ਕਰਦਾ ਸੀ ਕਿ ਗ੍ਰਹਿਸਤ ਮੇਂ ਉਦਾਸ ਹੀ ਵੱਡਾ ਮਤ ਹੈ। ਇਹ ਹੀ ਉਦਾਸੀ ਦੀ ਰੀਤ ਹੈ ਜੋ ਗੁਰੂ ਨਾਨਕ ਨੇ ਚਲਾਈ ਸੀ। ਗੁਰੂ ਰਾਮਦਾਸ ਜੀ ਨੇ ਨਿਮਰਤਾ ਦਰਸਾ ਇੱਕ ਪ੍ਰਕਾਰ ਦਾ ਸ਼੍ਰੀ ਚੰਦ ਨੂੰ ਚੁੱਪ ਹੀ ਕਰਵਾ ਦਿੱਤਾ ਸੀ। ਗੁਰੂ ਹਰਗੋਬਿੰਦ ਜੀ ਨੂੰ ਸਭ ਬੇਟਿਆਂ ਸਮੇਤ
ਬਾਰ ਠਾਇਆ ਦੇਖ ਆਪਣੀ ਸਾਰੀ ਰਿੱਧ ਸਿੱਧ ਅਤੇ ਤਪ ਬਾਬਾ ਗੁਰਦਿੱਤਾ ਜੀ ਦੀ ਝੋਲੀ ਪਾ ਦਿੱਤੀ ਸੀ। ਹੁਣ ਲੋੜ ਸੀ ਪ੍ਰਚਾਰ ਦੇ ਸਾਧਨਾਂ ਨੂੰ ਜਥੇਬੰਦ ਕਰਨ ਦੀ। ਕਸ਼ਮੀਰ ਦੇ ਰਹਿਣ ਵਾਲੇ 4 ਪ੍ਰਮੁੱਖ ਸਿੱਖ ਚੁਣੇ, ਜਿਨ੍ਹਾਂ ਧੂਆਂ ਦੀ ਬੁਨਿਆਦ ਰੱਖੀ। ਗੁਰੂ ਉਦਾਸੀਨ ਮੱਤ ਦਰਪਣ ਅਨੁਸਾਰ ਭਾਈ ਅਲਮਸਤ ਤੇ ਭਾਈ ਬਾਲੂ ਹਸਨਾ ਸਕੇ ਭਰਾ ਸਨ। ਉਹਨਾਂ ਦਾ ਜਨਮ ਸ਼੍ਰੀਨਗਰ ਵਿਖੇ ਭਾਈ ਹਰਦੱਤ ਜੀ ਅਤੇ ਮਾਤਾ ਪਰਬਾ ਜੀ ਦੀ ਕੁੱਖੋਂ ਹੋਇਆ ਸੀ। ਤੀਜੇ ਤੇ ਚੌਥੇ ਧੂਆਂ ਦੇ ਭਾਈ ਗੋਇੰਦਾ ਜੀ ਅਤੇ ਬਾਬਾ ਫੂਲ ਜੀ ਵੀ ਸਕੇ ਭਰਾ ਸਨ। ਉਹ ਵੀ ਸ਼੍ਰੀਨਗਰ ਦੇ ਜੰਪਲ ਸਨ। ਉਹਨਾਂ ਦੇ ਪਿਤਾ ਦਾ ਨਾਮ ਭਾਈ ਜੈਦੇਵ ਜੀ ਅਤੇ ਮਾਤਾ ਦਾ ਨਾਮ ਸੁਭਦਰਾ ਸੀ। ਗੁਰੂ ਹਰਗੋਬਿੰਦ ਜੀ ਨੇ ਉਹਨਾਂ 4 ਮਹਾਂਪੁਰਖਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਹਵਾਲੇ ਕੀਤਾ ਅਤੇ ਕਿਹਾ ਕਿ ਸਾਨੂੰ ਮਿਲਿਆ ਹੈ ਏਕ ਓਂਕਾਰ, ਜਿਸ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਨੇ ਗਾਈ ਹੈ। ਅਸਾਂ ਉਸੇ ਦਾ ਹੁਣ ਗੁਰਦਿੱਤਾ ਜੀ ਨੂੰ ਪ੍ਰਚਾਰ ਕਰਨ ਲਈ ਆਗਿਆ ਕੀਤੀ ਹੈ। ਇਸ ਨੂੰ ਥਾਂ ਥਾਂ ਪਹੁੰਚਾਓ ਅਤੇ ਧਰਮਸ਼ਾਲਾ ਕਾਇਮ ਕਰੋ। ਗੁਰੂ ਅਸਥਾਨਾਂ ਦੀ ਸੰਭਾਲ ਕਰੋ। ਅਮਰ ਕਥਾ ਕਾ ਬੀਜ ਇਹ ਓਂਕਾਰ ਸੁਭਾਈ, ਏਕ ਓਂਕਾਰ ਕੀ ਹੀ ਮਹਿਮਾ ਗੁਰੂ ਨਾਨਕ ਗਾਈ। ਬਾਬਾ ਗੁਰਦਿੱਤਾ ਜੀ ਨੇ ਵੀ 4 ਧੂਣਿਆਂ ਨੂੰ ਏਕ ਓਂਕਾਰ ਦਾ ਮੰਤਰ ਦਿੱਤਾ ਅਤੇ ਉੱਥੋਂ ਹੀ ਸਭ ਉਦਾਸੀਆਂ ਨੂੰ ਹੁਕਮ ਹੋਇਆ ਕਿ ਇਹਨਾਂ ਦਾ ਪ੍ਰਚਾਰ ਕਰਨਾ। ਮਹਾਕਵੀ ਸੰਤ ਰੇਣ ਜੀ ਨੇ ਉਦਾਸੀ ਬੋਧ ਗ੍ਰੰਥ ਵਿੱਚ ਬਹੁਤ ਹੀ ਸੁੰਦਰ ਹਵਾਲਾ ਦਿੱਤਾ ਹੈ ਕਿ ਏਕ ਓਂਕਾਰ ਹੀ ਉਦਾਸੀਆਂ ਦਾ ਮੰਤਰ ਹੈ। ਇਹ ਹੀ ਬਾਲੂ ਹਸਨਾ, ਬਾਬਾ ਅਲਮਸਤ, ਬਾਬਾ ਗੋਇੰਦਾ ਅਤੇ ਫੂਲ ਜੀ ਨੂੰ ਗੁਰਦਿੱਤਾ ਜੀ ਨੇ ਦਿੱਤਾ। ਹਵਾਲੇ ਦੀ ਟੂਕ ਹੈ। ਇੱਥੇ ਇਹ ਲਿਖਣਾ ਹੀ ਠੀਕ ਰਹੇਗਾ ਕਿ ਬਾਬਾ ਗੁਰਦਿੱਤਾ ਜੀ ਦੀ ਇਸ ਗੁੜਤੀ ਸਦਕਾ ਹੀ ਇਹਨਾਂ ਉਦਾਸੀ ਮਹਾਂਪੁਰਸ਼ ਸੰਤਾਂ ਨੇ ਸਿੱਖੀ ਦੀ ਲੋ ਦੂਰ ਦੂਰ ਤੱਕ ਪਹੁੰਚਾਈ। ਕੋਈ ਥਾਂ ਐਸਾ ਨਹੀਂ ਹੋਵੇਗਾ ਜਿੱਥੇ ਸਿੱਖੀ ਦੀ ਲਾਗ ਅਤੇ ਜਾਗ ਨਾ ਲੱਗੀ ਹੋਵੇ। ਇਹ ਉਦਾਸੀ ਮਹਾਂਪੁਰਸ਼ ਨਿਰਚਾਹੀ, ਨਿਰਮੋਹ, ਨਿਰਮਾਣ, ਨਿਰਭੈ ਵਿਦਿਆ ਦੇ ਕੋਟ ਤੇ ਸ਼ਰਧਾ ਦੀ ਮੂਰਤ ਹੁੰਦੇ ਸਨ। ਅਲਮਸਤ ਵਾਲੇ ਧੂਆਂ ਦੇ ਰਹੇ ਸਨ। ਭਾਈ ਗੁਰਦਾਸ ਜੀ ਦੱਖਣੀ ਅਤੇ ਭਾਈ ਬਾਬਾ ਨੱਥਾ ਜੀ, ਜਿਨ੍ਹਾਂ ਢਾਕੇ ਤੱਕ ਸਿੱਖੀ ਦਾ ਝੰਡਾ ਲਹਿਰਾਇਆ। ਗੁਰੂ ਹਰ ਰਾਏ ਜੀ ਦੀ ਮਹੀਨ ਕਲੀਆਂ ਵਾਲੀ ਪੋਸ਼ਾਕ ਨੱਥਾ ਜੀ ਨੇ ਹੀ ਹਰ ਸਾਲ ਬਣਵਾ ਕੇ ਭੇਜੀ। ਹੰਕਾਰ ਦਾ ਪੂਰਨ ਅਭਾਵ ਸੀ। ਆਪਾਂ ਕਦੇ ਨਹੀਂ ਸਨ ਜਣਾਉਂਦੇ। ਖਰਵਾ ਬੋਲ ਵੀ ਆਪਾਂ ਛਪਾਉਣ ਲਈ ਹੀ ਬੋਲਦੇ। ਇਸੇ ਲਈ ਗੁਰੂ ਤੇਗ ਬਹਾਦਰ ਜੀ ਨੇ ਵੀ ਕਿਹਾ ਸੀ ਕਿ ਇਹਨਾਂ ਦੇ ਬਚਨਾਂ ਤੇ ਕਦੀ ਕ੍ਰੋਧਿਤ ਨਾ ਹੋਇਆ ਕਰੋ। ਸ਼ੁੱਧ ਹਿਰਦਾ ਹੈ, ਇੱਕ ਰਸ ਪ੍ਰੀਤ ਗੁਰੂ ਸ਼ਬਦ ਨਾਲ ਹੈ। ਟੇਢਾਪਣ ਅਤੇ ਕੂੜ ਕਪਟ ਨੇੜੇ ਨਹੀਂ ਹੈ। ਇਸ ਧੂਆਂ ਨੇ ਬੰਗਾਲ, ਬਿਹਾਰ, ਉੜੀਸਾ, ਯੂਪੀ, ਬਲੋਚਿਸਤਾਨ, ਕਾਬਲ ਤੱਕ ਪ੍ਰਚਾਰ ਕੀਤਾ। ਮਹੰਤ ਕਿਰਪਾਲ ਦਾਸ, ਜਿਨ੍ਹਾਂ ਭੰਗਾਣੀ ਯੁੱਧ ਵਿੱਚ ਕੁੱਤਕ ਨਾਲ ਹਯਾਤ ਖਾਨ ਦਾ ਸਿਰ ਭੰਨਿਆ ਸੀ, ਇਸੇ ਧੂਏ ਦੇ ਸਨ। ਬਾਬਾ ਬਾਲੂ ਹਸਨਾ ਜੀ ਦੇ ਧੂਆਂ ਵਿੱਚੋਂ ਹੀ ਸਨ। ਭਾਈ ਪ੍ਰਹਿਲਾਦ ਜੀ, ਜਿਨ੍ਹਾਂ ਦਾ ਅੰਮ੍ਰਿਤ ਛਕਣ ਤੋਂ ਪਹਿਲਾਂ ਦਾ ਨਾਮ ਲਾਲ ਦਾਸ ਅਤੇ ਤਖੱਲਸ ਖਿਆਲੀ ਸੀ, ਇਹ ਗੁਰੂ ਜੀ ਦੇ ਲਾਂਘਰੀ ਕਰਕੇ ਵੀ ਪ੍ਰਸਿੱਧ ਸਨ। ਇਹਨਾਂ ਦਾ ਲਿਖਿਆ ਰਹਿਤਨਾਮਾ ਪੰਥ ਵਿੱਚ ਪ੍ਰਮਾਣ ਮੰਨਿਆ ਜਾਂਦਾ ਹੈ। ਅਬਚਲ ਨਗਰ ਵੀ ਦਸ਼ਮੇਸ਼ ਪਿਤਾ ਜੀ ਨਾਲ ਹੀ ਸਨ। ਕਿਤਨਾ ਪ੍ਰੇਮ ਸੀ ਗੁਰੂ ਪਾਤਸ਼ਾਹ ਨਾਲ ਕਿ ਇਹ ਕਹਿੰਦੇ ਸਨ, ਖਿਆਲੀ ਕੋਈ ਕਿਵੇਂ ਕਹਿ ਆਖੀਏ, ਅਸੀਂ ਵੇਖਣ ਨਾ ਛੜਸਾਂ ਤੇ। ਇੱਕ ਹੋਰ ਮਹਾਂਪੁਰਸ਼ ਭਾਈ ਜਾਦੋ ਰਾਏ ਜੀ ਵੀ ਪ੍ਰਸਿੱਧ ਹੋਏ ਹਨ। ਇਹਨਾਂ ਦੀ ਰਚੀ ਕਵਿਤਾ ਦੀਆਂ ਇਹ ਸਤਰਾਂ ਤਾਂ ਬਹੁਤ ਹੀ ਪ੍ਰਸਿੱਧ ਹੋਈਆਂ। ਜਰਾ ਨਾ ਡਰਾਂ ਜੇ ਸੱਟ ਕਤੀਮ, ਕੋਈ ਹਾਹੂ ਦੋਜਕ ਤਪੇ। ਜਰਾ ਨਾ ਡਰਾਂ ਜੇ ਸੱਟ ਕਤੀਮਾ, ਕੋਈ ਮਾਤੇ ਹਾਥੀ ਅੱਗੇ। ਜਰਾ ਨਾ ਡਰਾਂ ਵਿਧਾਤੇ ਕੋਲੋਂ, ਜੇ ਸੱਚੇ ਅੱਖਰ ਲਿਖੇ। ਜਾ ਕੇ ਡਰਾਂ ਵਿਛੋੜੇ ਕੋਲੋਂ, ਮਤ ਰੱਬ ਵਿਛੋੜਾ ਘਤੇ। ਇਸ ਧੂਆਂ ਨੇ ਖਾਸ ਤੌਰ ਤੇ ਸਿੰਧ ਤੇ ਸਮੁੰਦਰੀ ਇਲਾਕਿਆਂ ਵਿੱਚ ਪ੍ਰਚਾਰ ਕੀਤਾ। ਤੀਜਾ ਧੂਆਂ ਬਾਬਾ ਗੋਇੰਦਾ ਜੀ ਨੇ ਪੰਜਾਬ ਵਿੱਚ ਹੀ ਆਪਣਾ ਖੇਤਰ ਰੱਖਿਆ। ਬਾਬਾ ਫੂਲ ਜੀ ਦੇ ਧੂਆਂ ਦੇ ਪ੍ਰਚਾਰਕਾਂ ਸਾਧੂਆਂ ਨੇ ਦੱਖਣੀ ਭਾਰਤ ਵਿੱਚ ਆਪਣੇ ਸੁੱਚੇ ਜੀਵਨ ਤੇ ਸਿਮਰਨ ਸਿਦਕ ਦਾ ਪ੍ਰਭਾਵ ਪਾਇਆ। ਬਰਾਰ ਸੂਬੇ ਦੇ ਨਗਰ ਚੀਖਲੀ ਵਿੱਚ ਜੋ ਗੁਰੂ ਅਸਥਾਨ ਬਣਿਆ ਹੈ, ਇਸੇ ਧੂਏ ਦੇ ਭਾਈ ਉੱਤਮ ਦਾਸ ਅਤੇ ਮੋਹੀ ਰਾਮ ਨੇ ਬਣਾਇਆ ਸੀ। ਇਹ ਸਭ ਲਿਖਣ ਦਾ ਭਾਵ ਇਹ ਹੈ ਕਿ ਬਾਬਾ ਗੁਰਦਿੱਤਾ ਜੀ ਨੇ ਇਹਨਾਂ ਧੂਆਂ ਰਾਹੀਂ ਸਿੱਖੀ ਦਾ ਸਹੀ ਸਰੂਪ ਉਜਾਗਰ ਕੀਤਾ। ਬੰਸਾਵਾਲੀ ਨਾਮਾ ਨੇ ਇਸੇ ਲਈ ਆਖਿਆ ਹੈ ਕਿ ਬਾਬਾ ਗੁਰਦਿੱਤਾ ਜੀ ਆਹੇ ਬੜੇ ਧੀਰਜਵਾਨ ਗੁਣਵਾਨ, ਬਰਕਤ ਵਾਲੇ ਆਹੇ ਬੁੱਧਵਾਨ। ਧੀਰਮਲ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ ਅਤੇ ਰਾਜ ਕੌਰ ਅਨੰਤੀ ਦੀ ਕੁੱਖੋਂ ਧੀਰਮਲ ਜੀ ਦਾ ਜਨਮ ਕਰਤਾਰਪੁਰ ਵਿਖੇ 1626 ਦੇ ਆਰੰਭ ਜਨਵਰੀ ਨੂੰ ਹੋਇਆ, ਜਦ ਅਨੰਤੀ ਜੀ ਨੇ ਪੁੱਤਰ ਦੀ
ਜਾਚਨਾ ਕੀਤੀ ਤਾਂ ਗੁਰੂ ਹਰਗੋਬਿੰਦ ਜੀ ਨੇ ਕਿਹਾ ਕਿ ਸਤਨਾਮ ਦਾ ਜਾਪ ਕਰਦੇ ਰਹੋ, ਪਰ ਅਨੰਤੀ ਸਿੱਖ ਇਤਿਹਾਸ ਕਹਿੰਦਾ ਹੈ ਮਾਇਆ ਵਿੱਚ ਹੀ ਭਰਮਦੀ ਰਹੀ। ਜਦ ਬਾਬਾ ਬੁੱਢਾ ਜੀ ਨੇ ਬਾਲਕ ਦੀ ਚੰਚਲਤਾਈ ਦੇਖੀ ਤਾਂ ਉਸ ਸਮੇਂ ਹੀ ਕਹਿ ਦਿੱਤਾ ਕਿ ਇਹ ਕਪਟਧਰ ਰੂਪ ਹੈ, ਇਸ ਲਈ ਨਾ ਧੀਰ ਮੱਲ ਧਰਿਆ ਮਤਾ ਧੀਰਜ ਵਿੱਚ ਆ ਜਾਏ। ਗੁਰੂ ਹਰਗੋਬਿੰਦ ਜੀ ਨੇ ਜਦ ਕਰਤਾਰਪੁਰ ਆ ਕੇ ਪੋਤਰੇ ਨੂੰ ਡਿੱਠਾ ਤਾਂ ਸਹਿਜ ਸੁਭਾਏ ਵਾਕ ਉਚਾਰਿਆ ਕਿ ਫਿਰ ਜਨਮ ਧਾਰ ਕੇ ਤਾਇਆ ਜੀ ਭਾਵ ਪ੍ਰਿਥੀ ਚੰਦ ਜੀ ਆ ਗਏ ਹਨ। ਪ੍ਰਿਥੀ ਚੰਦ ਬਪਦੂਤੀ ਧਰਾਏ। ਬਾਬਾ ਗੁਰਦਿੱਤਾ ਜੀ ਨੇ ਭਾਵੇਂ ਧੀਰ ਮੱਲ ਦੇ ਪਾਲਣ ਪੋਸ਼ਣ ਵਿੱਚ ਕੋਈ ਕਸਰ ਨਾ ਉਠਾ ਰੱਖੀ, ਪਰ ਇਹ ਆਪ ਹੁਦਰੇ ਮਨਮਤੀ ਅਤੇ ਸਾਜ਼ਿਸ਼ੀ ਸੁਭਾਅ ਦੇ ਸਨ। ਪਿਤਾ ਗੁਰਦਿੱਤਾ ਜੀ ਦੇ ਗੁਜਰਨ ਤੇ ਵੀ ਬੁਲਾਇਆ ਵੀ ਨਾ ਆਏ। ਬਾਬਾ ਗੁਰਦਿੱਤਾ ਜੀ ਦੇ ਅਕਾਲ ਚਲਾਣੇ ਉਪਰੰਤ ਉਹਨਾਂ ਆਪਣਾ ਟਿਕਾਣਾ ਵੀ ਕਰਤਾਰਪੁਰ ਹੀ ਕਰ ਲਿਆ। ਬੰਸਾਵਲੀ ਨਾਮੇ ਵਾਲੇ ਨੇ ਖੂਬ ਲਿਖਿਆ ਹੈ ਕਿ ਗੁਰੂ ਹਰ ਰਾਏ ਜੀ ਦੇ ਪ੍ਰਕਾਸ਼ ਬਾਅਦ ਭਾਵੇਂ ਦੋਵੇਂ ਇਕੱਠੇ ਪਲਦੇ ਤੇ ਖੇਡਦੇ ਰਹੇ, ਪਰ ਧੀਰ ਮੱਲ ਨੇ ਵੈਰ ਬਣਾਈ ਰੱਖਿਆ। ਖੇਡਣ ਹੱਸਣ ਰਲੇ ਮਿਲੇ ਪਰ ਇੱਕ ਨਾ ਹੋਏ। ਗੁਰੂ ਗ੍ਰੰਥ ਸਾਹਿਬ ਵੀ ਧੀਰ ਮੱਲ ਨੇ ਆਪਣੇ ਕਬਜ਼ੇ ਕਰ ਲਿਆ, ਪਰ ਜਦ ਗੁਰੂ ਹਰਗੋਬਿੰਦ ਜੀ ਨੇ ਗੁਰੂ ਹਰ ਰਾਏ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਦਾ ਸੰਕਲਪ ਕਰ ਦਿੱਤਾ ਤਾਂ ਇਹਨਾਂ ਸ਼ਾਹਜਹਾਂ ਪਾਸ ਜਾਂ ਚੁਗਲੀ ਖਾਧੀ। ਸ਼ਾਹਜਹਾਂ ਦੇ ਦਰਬਾਰੀ ਵੀ ਰਹੇ। ਸ਼ਾਇਦ ਇਹ ਹੀ ਕਾਰਨ ਹੈ ਕਿ ਔਰੰਗਜ਼ੇਬ ਨੇ ਇਹਨਾਂ ਨੂੰ ਅਤੇ ਇਹਨਾਂ ਦੇ ਪੁੱਤਰਾਂ ਨੂੰ ਰਣਥੰਭੌਰ ਦੇ ਕਿਲੇ ਵਿੱਚ ਗ੍ਰਿਫਤਾਰ ਕਰਕੇ ਮਾਰ ਦਿੱਤਾ। ਇਹ ਘਟਨਾ 25 ਜਨਵਰੀ 1677 ਨੂੰ ਹੋਈ ਸੀ। ਇਹ ਯਾਦ ਰਹੇ ਕਿ ਗੁਰੂ ਹਰਕ੍ਰਿਸ਼ਨ ਜੀ ਤੱਕ ਧੀਰ ਮੱਲ ਉਗੜ ਕੇ ਸਾਹਮਣੇ ਨਹੀਂ ਆਇਆ, ਪਰ ਜਦ ਗੁਰੂ ਤੇਗ ਬਹਾਦਰ ਜੀ ਨੇ ਗੁਰਪਦਵੀ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਇਸ ਨੇ ਮਸੰਦਾਂ ਦਾ ਸਹਾਰਾ ਲੈ ਕੇ ਬੜੇ ਹੀਲੇ ਕੀਤੇ ਗੁਰਗੱਦੀ ਹਥਿਆਉਣ ਦੇ। ਅੱਜ ਅਸੀਂ ਨਿਰਭਉ ਨਿਰਵੈਰ ਜੀਵਨੀ ਗੁਰੂ ਹਰ ਰਾਏ ਜੀ ਕਿਤਾਬ ਦੇ 31 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।